सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसीं सारे वधिया होने आ। अज दी क्लास विच आपां 8वीं क्लास दी पंजाब बोर्ड दी जिहड़ी किताब हैगी है जी SST दी जिहड़ी पॉलिटी है उहनूं आपां डिस्कस करन जा रहे हां। एक वीडियो दे विच ही आपां जिहड़े भी 5-6 चैप्टर ने उहनां नूं डिस्कस कर लवांगे। स्पैशली उहनां दे जिहड़े बैक ते एक्सरसाइज दित्ती हुंदी है उहनां नूं सॉल्व करन जा रहे हां। इस वीडियो नूं तुसीं एंड तक वेखना है, फिर ही तुहाडी जिहड़ी बेसिक अंडरस्टैंडिंग हैगी है जी वो डिवेलप होएगी। जिवें जिवें तुहाडी अंडरस्टैंडिंग तुहाडी समझ वधेगी, तुहाडे जिहड़े मार्क्स ने भावें PS टैट दा पेपर होवे, CA टैट दा पेपर होवे या फिर होर कोई एग्जाम भी होवे, ਉਹਦੇ ਵਿੱਚ ਜਿੱਥੋਂ ਵੀ ਪੋਲਿਟੀ ਆਉਂਦੀ ਹੈ ਇਹਨਾਂ ਟੌਪਿਕ ਦੇ ਵਿੱਚੋਂ ਤੁਹਾਡੇ ਜਿਹੜੇ ਕੁਐਸਚਨਸ ਨੇ ਜੀ ਉਹ ਸਹੀ ਹੋਣਗੇ। ਸੋ ਦੋਸਤੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਐਂਡ ਇੱਕ ਤੁਹਾਡੇ ਸਾਹਮਣੇ ਅਪੀਲ ਕਰ ਰਿਹਾ ਜੀ ਕਿ ਆਪਣੇ ਚੈਨਲ ਤੇ 41K ਸਬਸਕ੍ਰਾਈਬਰਸ ਹੈਗੇ ਆ। ਜੇਕਰ ਤੁਸੀਂ ਆਪਦੇ 2-3 ਫਰੈਂਡਸ ਤੋਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਵਾਓਗੇ ਤਾਂ ਆਪਣੇ ਚੈਨਲ ਤੇ 50K ਸਬਸਕ੍ਰਾਈਬਰ ਛੇਤੀ ਹੀ ਹੋ ਜਾਣਗੇ। ਸੋ ਦੋਸਤੋ ਤੁਹਾਡਾ ਬਹੁਤਾ ਸਮਾਂ ਖਰਾਬ ਨਹੀਂ ਕਰਦੇ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤੇ ਆਪਾਂ ਪਹਿਲਾਂ ਇਹ ਵੇਖ ਲੈਂਦੇ ਹਾਂ ਕਿ ਆਪਾਂ ਕਿਹੜੇ ਲੈਸਨਸ ਨੂੰ ਟੌਪਿਕਸ ਨੂੰ ਡਿਸਕਸ ਕਰਾਂਗੇ। ਅੱਜ ਦੀ ਕਲਾਸ ਵਿੱਚ ਆਪਾਂ ਸੰਵਿਧਾਨ ਅਤੇ ਕਾਨੂੰਨ, ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ, ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ, ਸੰਸਦ ਬਣਤਰ ਭੂਮਿਕਾ ਅਤੇ ਵਿਸ਼ੇਸ਼ਤਾਵਾਂ, ਨਿਆਂਪਾਲਿਕਾ ਦੀ ਕਾਰਜਵਿਧੀ ਅਤੇ ਵਿਸ਼ੇਸ਼ ਅਧਿਕਾਰ, ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ, ਇਹਨਾਂ ਸਾਰੇ ਹੀ ਪਾਠ ਨੂੰ ਆਪਾਂ ਸਮਝਣ ਜਾ ਰਹੇ ਹਾਂ। ਸੋ ਪਹਿਲੇ ਪਾਠ ਤੋਂ ਆਪਾਂ ਸ਼ੁਰੂ ਕਰਾਂਗੇ, ਸੰਵਿਧਾਨ ਅਤੇ ਕਾਨੂੰਨ। ਸਭ ਤੋਂ ਪਹਿਲਾਂ ਆਪਾਂ ਇਹ ਵੇਖ ਲੈਂਦੇ ਹਾਂ ਕਿ ਜਿਹੜਾ ਭਾਰਤ ਦਾ ਸੰਵਿਧਾਨ ਸੀਗਾ ਉਹ ਕਦੋਂ ਲਾਗੂ ਕੀਤਾ ਗਿਆ ਸੀਗਾ। ਭਾਰਤ ਦੀ ਸੰਵਿਧਾਨ ਦੀ ਗੱਲ ਕਰੀਏ ਤੇ ਇਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀਗਾ। ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਜੀ ਇੰਡੀਅਨ ਕੰਸਟੀਟਿਊਸ਼ਨ ਦੀ ਆਪਾਂ ਗੱਲ ਕਰਦੇ ਹਾਂ, 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀਗਾ। ਭਾਰਤ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਸੀਗੇ ਉਹ ਕੌਣ ਸੀ? ਭਾਰਤ ਦੇ ਪਹਿਲੇ ਰਾਸ਼ਟਰਪਤੀ ਦੀ ਜੇਕਰ ਆਪਾਂ ਗੱਲ ਕਰੀਏ ਉਹਨਾਂ ਦਾ ਨਾਮ ਸੀਗਾ ਜੀ ਡਾਕਟਰ ਰਾਜਿੰਦਰ ਪ੍ਰਸਾਦ। ਕੀ ਨਾਮ ਸੀਗਾ ਜੀ? ਡਾਕਟਰ ਰਾਜਿੰਦਰ ਪ੍ਰਸਾਦ। ਹੁਣ ਇੱਕ ਕਾਨੂੰਨ ਬਣਾਇਆ ਗਿਆ ਸੀਗਾ ਡੌਰੀ ਤੋਂ ਸੰਬੰਧਿਤ ਕਿ ਦਾਜ ਰੋਕੂ ਕਾਨੂੰਨ ਜਿਹੜਾ ਬਣਾਇਆ ਗਿਆ ਸੀਗਾ ਜੀ। ਵੈਸੇ ਤੁਹਾਨੂੰ ਪਤਾ ਹੈ ਕਿ ਇਹ ਆਪਣੇ ਸਮਾਜ ਦੀ ਕੁਰੀਤੀ ਹੈਗੀ ਆ। ਕੁਝ ਲੋਕ ਜਿਹੜੇ ਹੈਗੇ ਨੇ ਜੀ ਉਹ ਕੀ ਕਰਦੇ ਨੇ ਜੀ, ਜਦੋਂ ਵੀ ਕਿਸੇ ਫੀਮੇਲ ਦਾ ਵਿਆਹ ਹੁੰਦਾ ਹੈ ਤੇ ਉਹਨਾਂ ਤੋਂ ਕਾਫੀ ਜ਼ਿਆਦਾ ਦਾਜ ਦੀ ਮੰਗ ਕਰਦੇ ਨੇ। ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ। ਬਟ ਇਸ ਤੋਂ ਸੰਬੰਧਿਤ 1961 ਵਿੱਚ ਕੀ ਬਣਾਇਆ ਗਿਆ ਸੀਗਾ ਜੀ? ਇੱਕ ਕਾਨੂੰਨ ਬਣਾਇਆ ਗਿਆ ਸੀ। ਕਦੋਂ ਬਣਾਇਆ ਗਿਆ ਸੀਗਾ? 1961 ਵਿੱਚ। ਤੇ ਅੱਜ ਕੱਲ੍ਹ ਵੀ ਕਾਨੂੰਨ ਹੈਗੇ ਆ, ਬਟ ਰਿਸ਼ਤੇ ਟੁੱਟ ਨਾ ਜਾਣ ਜਿਹਦੇ ਕਰਕੇ ਜਿਹੜੇ ਕੁੜੀ ਦੇ ਮਾਪਿਓ ਨੇ ਜੀ ਉਹ ਜਿਹੜਾ ਦਾਜ ਹੈਗਾ ਜੀ ਉਹ ਦੇਣ ਤੋਂ ਨਹੀਂ ਹਟਦੇ, ਉਹ ਦੇ ਦਿੰਦੇ ਨੇ ਕਿ ਕੱਲ੍ਹ ਨੂੰ ਕੋਈ ਰਿਸ਼ਤੇ ਵਿੱਚ ਪ੍ਰੋਬਲਮ ਨਾ ਆਵੇ। ਹਾਲਾਂਕਿ ਇਹ ਹੈਗੀ ਆ ਕੁਰੀਤੀ। ਅੱਗੇ ਵੇਖੋ ਜੀ, ਭਾਰਤੀ ਸੰਵਿਧਾਨ ਡੈਸ਼ ਵਿੱਚ ਤਿਆਰ ਕੀਤਾ ਗਿਆ ਕਿ ਜਿਹੜਾ ਭਾਰਤੀ ਸੰਵਿਧਾਨ ਹੈਗਾ ਜੀ ਇਹਨੂੰ ਕਿੰਨਾ ਸਮਾਂ ਲੱਗ ਗਿਆ ਸੀਗਾ ਤਿਆਰ ਹੋਣ ਲੱਗਿਆ। ਜੇਕਰ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹਾਂ ਇਹਨੂੰ ਲੱਗੇ ਸੀਗੇ ਜੀ 2 ਸਾਲ 11 ਮਹੀਨੇ ਤੇ 18 ਦਿਨ। ਕਿੰਨਾ ਟਾਈਮ ਲੱਗ ਗਿਆ ਸੀਗਾ ਭਾਰਤੀ ਸੰਵਿਧਾਨ ਨੂੰ ਬਣਨ ਵਿੱਚ? 2 ਸਾਲ 11 ਮਹੀਨੇ 18 ਦਿਨ ਇਹਨੂੰ ਬਣਨ ਵਿੱਚ ਲੱਗੇ ਸੀਗੇ। ਹੋ ਸਕਦਾ ਕੋਈ ਇਹੋ ਜਿਹਾ ਪ੍ਰਸ਼ਨ ਵੀ ਐਗਜ਼ਾਮ ਵਿੱਚ ਆ ਜਾਵੇ। ਸੋ ਜੇਕਰ ਤੁਹਾਨੂੰ ਇਹ ਚੀਜ਼ਾਂ ਯਾਦ ਹੋਣਗੀਆਂ ਤੇ ਤੁਹਾਡੇ ਨੰਬਰ ਪੱਕੇ ਹੋ ਜਾਣਗੇ। ਭਰੂਣ ਹੱਤਿਆ ਦਾ ਮੂਲ ਕਾਰਨ ਕੀ ਡੈਸ਼ ਦੇਣ ਦੀ ਰੀਤ ਸੀਗੀ। ਸੋ ਭਰੂਣ ਹੱਤਿਆ ਦਾ ਜਿਹੜਾ ਮੂਲ ਕਾਰਨ ਦਾਜ ਦੇਣ ਦੀ ਰੀਤ ਹੈਗੀ ਆ, ਕਿਉਂਕਿ ਜਿਹੜੇ ਮਾਪਿਓ ਨੇ ਉਹ ਢਿੱਡ ਵਿੱਚ ਹੀ ਆਪਦੇ ਜਿਹੜੀਆਂ ਗਰਲ ਚਾਈਲਡ ਹੁੰਦੀਆਂ ਨੇ ਉਹਨਾਂ ਨੂੰ ਮਾਰ ਦਿੰਦੇ ਨੇ। ਕਿਉਂ? ਉਹਨਾਂ ਨੂੰ ਲੱਗਦਾ ਕਿ ਇਹਨੇ ਕੱਲ੍ਹ ਨੂੰ ਵੱਡੇ ਹੋ ਕੇ ਸਾਡੇ ਮਾਪਿਓ ਦੇ ਸਿਰ 'ਤੇ ਬੋਝ ਬਣਨਾ ਆ, ਜਿਹਦੇ ਕਰਕੇ ਉਹ ਕੀ ਕਰਦੇ ਸੀਗੇ ਕਿ ਕੱਲ੍ਹ ਨੂੰ ਇਹਦਾ ਜੇਕਰ ਆਪਾਂ ਵਿਆਹ ਕਰਵਾਵਾਂਗੇ ਤਾਂ ਸਾਨੂੰ ਦਾਜ ਦੇਣਾ ਪੈਣਾ ਆ। ਸੋ ਇਹ ਮੇਨ ਜਿਹੜਾ ਫੀਮੇਲ ਫੋਟੀਸਾਈਡ ਆਪਾਂ ਕਹਿ ਦਿੰਦੇ ਹਾਂ ਭਰੂਣ ਹੱਤਿਆ ਦਾ ਮੂਲ ਕਾਰਨ ਦਾਜ ਦੇਣ ਦੀ ਰੀਤ ਹੈ। ਅੱਗੇ ਵੇਖ ਲੈਂਦੇ ਹਾਂ ਜੀ ਟਰੂ ਫਾਲਸ। ਡਾਂਡੀ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ਸੀਗਾ। ਬਿਲਕੁਲ ਠੀਕ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ? ਕਰਦੀ ਹੈ। ਨਿਆਂਪਾਲਿਕਾ ਜਿਹੜੀ ਹੈ ਜੀ ਇਹ ਸੰਵਿਧਾਨ ਦੀ ਰੱਖਿਆ ਕਰਦੀ ਹੈ। ਸੋ ਇੱਥੇ ਇਹਨਾਂ ਨੇ ਤਾਂ ਗਲਤ ਲਾਇਆ ਹੋਇਆ। ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ। ਬਿਲਕੁਲ ਠੀਕ ਹੈ ਜੀ। ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ। ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ, ਇਹ ਗੱਲ ਬਿਲਕੁਲ ਠੀਕ ਹੈਗੀ ਹੈ ਜੀ। ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਹਨ, ਇਹ ਗੱਲ ਇੱਥੇ ਗਲਤ ਲਿਖੀ ਹੋਈ ਹੈ ਜੀ। ਭਾਰਤ ਵਿੱਚ ਸੰਵਿਧਾਨ ਸਰਵਉੱਚ ਹੈ, ਇਹ ਗੱਲ ਬਿਲਕੁਲ ਠੀਕ ਹੈ। ਬਹੁਵਿਕਲਪੀ ਪ੍ਰਸ਼ਨ ਵੀ ਵੇਖ ਲਓ ਜੀ। ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀਗਾ? ਹੁਣੇ ਆਪਾਂ ਡਿਸਕਸ ਕਰਕੇ ਹਟੇ ਸੀਗੇ ਫਿਲ ਇਨ ਦ ਬਲੈਂਕਸ ਵਿੱਚ। 26 ਜਨਵਰੀ 1950 ਵਿੱਚ ਇਹਨੂੰ ਲਾਗੂ ਕੀਤਾ ਗਿਆ ਸੀਗਾ। ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸੀਗੇ? ਕੌਣ ਪ੍ਰਧਾਨ ਸੀਗੇ ਜੀ ਜੇਕਰ ਆਪਾਂ ਮਸੌਦਾ ਕਮੇਟੀ ਦੀ ਗੱਲ ਕਰਦੇ ਹਾਂ?
ਉਹਨਾਂ ਦਾ ਨਾਮ ਸੀਗਾ ਜੀ ਡਾਕਟਰ ਭੀਮ ਰਾਓ ਅੰਬੇਦਕਰ ਇਜ਼ ਦਾ ਰਾਈਟ ਆਂਸਰ। ਹੇਠ ਲਿਖਿਆਂ ਵਿੱਚ ਭਾਰਤ 'ਚ ਕੌਣ ਸਰਵਉੱਚ ਹੈ? ਭਾਰਤ ਵਿੱਚ ਸਰਵਉੱਚ ਕੌਣ ਹੈਗਾ ਜੀ? ਨਿਆਂਪਾਲਿਕਾ। ਕੌਣ ਹੈਗਾ ਜੀ? ਨਿਆਂਪਾਲਿਕਾ ਕੀ ਹੈ ਜੀ? ਸਰਵਉੱਚ ਹੈ। ਸੋ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਂਸਰ। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀਗੀ? ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ 7 ਮੈਂਬਰ ਤੁਹਾਨੂੰ ਵੇਖਣ ਨੂੰ ਉਦੋਂ ਮਿਲਦੇ ਸੀਗੇ। ਸੰਵਿਧਾਨ ਤੋਂ ਕੀ ਭਾਵ ਹੈਗਾ ਜੀ? ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਇੱਕ ਰੂਲਸ ਆਫ ਬੁੱਕਸ ਵੀ ਕਹਿ ਦਿੰਦੇ ਆ ਜਿਹਦੇ ਨਾਲ ਆਪਣਾ ਜਿਹੜਾ ਦੇਸ਼ ਹੈਗਾ ਜੀ ਉਹ ਚਲਾਇਆ ਜਾ ਰਿਹਾ। ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ? ਆਜ਼ਾਦੀ ਤੋਂ ਪਹਿਲਾਂ 26 ਜਨਵਰੀ 1930 ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਦਿਨ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਸੀ। ਮਤਲਬ ਕਾਫੀ ਟਾਈਮ ਪਹਿਲਾਂ ਹੀ, ਆਜ਼ਾਦੀ ਤੋਂ ਪਹਿਲਾਂ ਦੀ ਹੀ ਗੱਲ ਹੈਗੀ ਆ ਕਿ ਉਸ ਟਾਈਮ ਇਹਨਾਂ ਨੇ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਇਹ ਦਿਨ ਮਨਾਇਆ ਸੀਗਾ ਤੇ ਇਹਨਾਂ ਦੀ ਇੱਕ ਜਿੱਦ ਸੀਗੀ ਕਿ ਆਪਾਂ 26 ਜਨਵਰੀ 1950 ਵਿੱਚ ਹੀ ਇਹਨੂੰ ਲਾਗੂ ਕਰਾਂਗੇ, ਜਿਹਦੇ ਕਰਕੇ ਇਹਨਾਂ ਨੇ ਇਹ ਡੇਟ ਚੂਜ਼ ਕੀਤੀ ਸੀਗੀ। ਇਸ ਦਿਨ ਹੀ ਇਤਿਹਾਸਕ ਮਹੱਤਤਾ ਸਦਕਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਕਾਨੂੰਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਲਾਅ ਜਿਹਦਾ ਮਤਲਬ ਹੁੰਦਾ ਲਾਅ, ਪੰਜਾਬੀ ਅਨੁਵਾਦ ਹੈ ਲਾਅ ਸ਼ਬਦ ਦੀ ਉਤਪਤੀ ਟਿਊਟੋਨਿਕ ਸ਼ਬਦ ਲੈਕ ਤੋਂ ਹੋਈ ਹੈ ਜਿਸ ਦਾ ਅਰਥ ਹੈ ਨਿਸ਼ਚਿਤ। ਇਸ ਲਈ ਕਾਨੂੰਨ ਸ਼ਬਦ ਦਾ ਅਰਥ ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ। ਕਾਨੂੰਨ ਦੀ ਕੀ ਅਹਿਮੀਅਤ ਹੈ? ਕਾਨੂੰਨ ਦੀ ਅਹਿਮੀਅਤ ਦੀ ਜੇਕਰ ਆਪਾਂ ਗੱਲ ਕਰੀਏ ਸਮਾਜ ਵਿੱਚ ਅਨੁਸ਼ਾਸਨ ਬਣਾਏ ਰੱਖਣ ਲਈ ਕਾਨੂੰਨ ਦੀ ਲੋੜ ਹੁੰਦੀ ਹੈ। ਸੰਸਥਾਵਾਂ ਨੂੰ ਨਿਯਮਿਤ ਕਰਨ ਲਈ ਵੀ ਕਾਨੂੰਨ ਦੀ ਲੋੜ ਪੈਂਦੀ ਹੈ। ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਨਿਆਂਪਾਲਿਕਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਲੈਂਦੀਆਂ। ਸਾਰੇ ਵਿਅਕਤੀ ਕਾਨੂੰਨ ਸਾਹਮਣੇ ਕੀ ਹੈਗੇ ਨੇ ਜੀ? ਬਰਾਬਰ ਹੈਗੇ ਨੇ। ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ ਕੀਤੇ ਗਏ? ਨਾ ਮਿਲ ਵਰਤਣ ਅੰਦੋਲਨ 1920 ਵਿੱਚ ਕੀਤਾ ਗਿਆ। ਇਹ ਗੱਲ ਤੁਸੀਂ ਬੜੇ ਹੀ ਧਿਆਨ ਨਾਲ ਯਾਦ ਕਰ ਲਿਓ, ਠੀਕ ਹੈ ਜੀ, ਕਿ ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ ਕੀਤੇ ਗਏ ਸੀਗੇ। ਇੱਕ ਤਾਂ ਸੀਗਾ ਜੀ ਨਾ ਮਿਲ ਵਰਤਣ ਅੰਦੋਲਨ 1920 ਵਿੱਚ ਕੀਤਾ ਗਿਆ ਸੀਗਾ। ਸਿਵਲ ਨਾ ਫਰਮਾਨੀ ਅੰਦੋਲਨ ਇਹ ਕੀਤਾ ਗਿਆ ਸੀਗਾ ਜੀ 1930 ਵਿੱਚ। ਤੇ ਭਾਰਤ ਛੱਡੋ ਅੰਦੋਲਨ 1942 ਵਿੱਚ ਕੀਤਾ ਗਿਆ ਸੀਗਾ ਜਦੋਂ ਗਾਂਧੀ ਨੇ ਕਹਿਤਾ ਸੀਗਾ ਕਰੋ ਜਾਂ ਮਰੋ ਦਾ ਨਾਰਾ ਮੇਨਲੀ ਉਦੋਂ ਹੀ ਦਿੱਤਾ ਗਿਆ ਸੀ। ਅੱਗੇ ਵੇਖੋ ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ? ਸੰਵਿਧਾਨ ਦੀ ਸਰਵਉੱਚਤਾ ਭਾਵ ਕਿ ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਸਾਡੀ ਸਰਕਾਰ ਵਿੱਚ ਅਹਿਮ ਅਹੁਦਿਆਂ ਅਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਇਸ ਤਰ੍ਹਾਂ ਸੰਵਿਧਾਨ ਅਨੁਸਾਰ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਹਨ। ਭਾਰਤੀ ਸੰਵਿਧਾਨ ਦਾ ਜਿਹੜਾ ਨਿਰਮਾਣ ਹੈ ਕਿਵੇਂ ਹੋਇਆ? ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ ਡਾਕਟਰ ਭੀਮ ਰਾਓ ਅੰਬੇਦਕਰ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮੇਟੀ ਬਣਾਈ ਗਈ। ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਬਹੁਤ ਸਾਰੇ ਸਿਧਾਂਤ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ ਹਨ। ਇਸ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ। ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀਗਾ। ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ? ਨਿਆਂਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਲਈ ਸੰਵਿਧਾਨ ਰਾਹੀਂ ਕਈ ਕਦਮ ਚੁੱਕੇ ਗਏ ਹਨ। ਮਿਸਾਲ ਵਜੋਂ ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਆਦਿ ਬਾਕੀ ਕਰਮਚਾਰੀਆਂ ਤੋਂ ਵੱਖ ਕੀਤੇ ਗਏ ਹਨ। ਗਾਂਧੀ ਜੀ ਨੇ ਅੰਗਰੇਜ਼ਾਂ ਖਿਲਾਫ ਕਿਹੜੇ ਅੰਦੋਲਨ ਚਲਾਏ? ਗਾਂਧੀ ਜੀ ਨੇ ਨਾ ਮਿਲ ਵਰਤਣ ਅੰਦੋਲਨ ਚਲਾਇਆ ਸੀਗਾ 1920 ਵਿੱਚ। ਹਾਲਾਂਕਿ ਇਹ ਕੁਐਸਚਨ ਰਿਪੀਟ ਹੋ ਗਿਆ ਬਟ ਐਨੀਵੇ। ਸਿਵਲ ਨਾਫਰਮਾਨੀ ਅੰਦੋਲਨ 1930 ਵਿੱਚ। ਭਾਰਤ ਛੱਡੋ ਅੰਦੋਲਨ 1942 ਵਿੱਚ। ਸ਼ਰਾਬਬੰਦੀ ਤੋਂ ਕੀ ਭਾਵ ਹੈ ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ? ਸ਼ਰਾਬਬੰਦੀ ਤੋਂ ਭਾਵ ਸ਼ਰਾਬ ਵੇਚਣ ਅਤੇ ਪੀਣ ਤੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਤੋਂ ਹੈ। ਸ਼ਰਾਬਬੰਦੀ ਨੂੰ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ। ਜਿਵੇਂ ਕਿ ਬਿਹਾਰ ਵਿੱਚ ਵੀ ਤੁਹਾਨੂੰ ਇਹ ਕਾਨੂੰਨ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਇਲੀਗਲ ਤਰੀਕੇ ਨਾਲ ਸਭ ਤੋਂ ਵੱਧ ਜਿਹੜੀ ਖਪਤ ਹੈਗੀ ਆ ਉੱਥੇ ਹੀ ਕੀਤੀ ਜਾਂਦੀ ਹੈ ਬਟ ਸ਼ਰਾਬਬੰਦੀ ਤੋਂ ਇਹ ਭਾਵ ਹੈਗਾ ਜੀ। ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪਾਠ ਦੇ ਉੱਤੇ। ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ, ਜਿਹਦੇ ਵਿੱਚ ਆਪਾਂ ਫਿਲ ਇਨ ਦ ਬਲੈਂਕਸ ਨੂੰ ਪਹਿਲਾਂ ਵੇਖ ਲੈਂਦੇ ਹਾਂ ਤੇ ਸਹੀ ਗਲਤ ਨੂੰ ਵੇਖ ਲਈਏ ਇੱਕ ਵਾਰ। ਪ੍ਰਸਤਾਵਨਾ ਕੀ ਹੁੰਦੀ ਹੈ ਜੀ? ਪ੍ਰੀਐਮਬਲ ਨੂੰ ਗੱਲ ਕਰਦੇ ਹਾਂ। ਤੁਹਾਨੂੰ ਪਤਾ ਹੀ ਹੋਊਗਾ ਵੀ ਦ ਪੀਪਲ ਆਫ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਜਿਵੇਂ ਕਿ ਪ੍ਰੀਐਮਬਲ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ। ਸੋ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 32 ਤੱਕ ਜਿਹੜੇ ਅਧਿਕਾਰ ਨੇ, ਠੀਕ ਹੈ ਜੀ, ਉਹ ਦਰਜ ਹੈਗੇ ਨੇ ਜਿਹੜੇ ਕਿ ਤੁਹਾਨੂੰ 14 ਤੋਂ 32 ਤੱਕ ਵੇਖਣ ਨੂੰ ਮਿਲਦੇ ਆ। ਸੰਵਿਧਾਨ ਦੀ 42ਵੀਂ ਸ਼ੋਧ ਰਾਹੀਂ ਪ੍ਰਸਤਾਵਨਾ ਵਿੱਚ ਸਮਾਜਵਾਦੀ ਤੇ ਧਰਮ ਨਿਰਪੱਖ ਸੋਸ਼ਲਿਜ਼ਮ ਜਾਂ ਸੋਸ਼ਲਿਸਟ ਕਹਿ ਸਕਦੇ ਹਾਂ ਜੀ। ਸੋਸ਼ਲਿਸਟ ਤੇ ਸੈਕੂਲਰ ਜਿਹੜਾ ਵਰਡ ਹੈਗਾ ਜੀ ਇਹ ਮੇਨ ਵਰਡ ਐਡ ਕੀਤੇ ਗਏ ਸੀਗੇ ਐਂਡ ਇੰਟੀਗ੍ਰੇਟਿਵ ਵਰਡ ਵੀ ਐਡ ਕੀਤਾ ਗਿਆ ਸੀਗਾ। ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਜਿਹੜੇ ਸੀਗੇ
42 ਅਮੈਂਡਮੈਂਟ ਵਿੱਚ ਸੰਵਿਧਾਨ ਦੀ ਪ੍ਰੀਐਂਬਲ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ। ਸੋ ਇਹ ਦੋ ਵਰਡ ਜਿਹੜੇ ਹੈਗੇ ਸੀ ਜੀ ਐਡ ਕੀਤੇ ਗਏ ਸੀਗੇ। ਸੋ ਹੁਣ ਆਪਾਂ ਵੇਖਦੇ ਹਾਂ ਸਾਰੇ ਧਰਮਾਂ ਨੂੰ ਡੈਸ਼ ਸਮਝਣਾ ਚਾਹੀਦਾ ਹੈ, ਬਿਲਕੁਲ ਜੀ ਬਰਾਬਰ ਸਮਝਣਾ ਚਾਹੀਦਾ ਹੈ। ਸਹੀ ਗੱਲ ਤੁਹਾਨੂੰ ਵੇਖ ਲੈਂਦੇ ਹਾਂ। ਪ੍ਰਸਤਾਵਨਾ ਦਾ ਜਿਹੜਾ ਆਰੰਭ ਹੈਗਾ ਜੀ ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਹੁੰਦਾ ਹੈ, ਬਿਲਕੁਲ ਠੀਕ, ਵੀ ਦ ਪੀਪਲ ਆਫ ਇੰਡੀਆ ਤੋਂ ਹੀ ਸ਼ੁਰੂ ਹੁੰਦਾ ਹੈ। ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ। ਸੋ ਇਹਦਾ ਜਵਾਬ ਕੀ ਹੋਊਗਾ ਜੀ? ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ਹੈ। ਸੋ ਇਹ ਜਵਾਬ ਹੋਊਗਾ ਜੀ ਗਲਤ। ਸੰਵਿਧਾਨ ਅਨੁਸਾਰ ਧਰਮ, ਜਾਤ, ਰੰਗ, ਨਸਲ ਦੇ ਆਧਾਰ ਤੇ ਭੇਦਭਾਵ ਕੀਤਾ ਜਾ ਸਕਦਾ ਹੈ, ਬਿਲਕੁਲ ਨਹੀਂ ਕੀਤਾ ਜਾ ਸਕਦਾ। ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ, ਬਿਲਕੁਲ ਠੀਕ। ਪ੍ਰਸਤਾਵਨਾ ਨੂੰ ਭਾਰਤ ਦੇ ਸੰਵਿਧਾਨ ਦੇ ਅੰਤ ਵਿੱਚ ਲਿਖਿਆ ਗਿਆ ਹੈ, ਬਿਲਕੁਲ ਗਲਤ। ਜੇ ਤਾਂ ਸਟਾਰਟਿੰਗ ਵਿੱਚ ਹੀ ਲਿਖਿਆ ਗਿਆ ਨਾ। ਅੱਗੇ ਵੇਖੋ, ਮੌਲਿਕ ਅਧਿਕਾਰ ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ? ਸੋ ਇਹ ਹੈਗੇ ਆ ਜੀ ਤੀਸਰੇ ਭਾਗ ਵਿੱਚ। ਕਿੰਨੇ ਭਾਗ ਵਿੱਚ ਜੀ? ਤੀਸਰੇ ਭਾਗ ਵਿੱਚ, ਜਿਹੜੇ ਆਪਾਂ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ, ਫੰਡਾਮੈਂਟਲ ਰਾਈਟਸ। ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹੈ? ਭਾਰਤੀ ਸੰਵਿਧਾਨ ਵਿੱਚ ਦਰਜ ਹੈਗਾ ਜੀ। ਅੱਗੇ ਵੇਖੋ, ਸੰਵਿਧਾਨ ਦੇ ਕਿਹੜੇ ਅਨੁਛੇਦ 'ਚ ਭਾਰਤੀ ਨਾਗਰਿਕਾਂ ਨੂੰ 6 ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ? ਸੋ ਇਹ ਦਿੱਤੇ ਗਏ ਆ ਜੀ 19, ਅਨੁਛੇਦ 19 ਵਿੱਚ ਇਹ ਗੱਲ ਲਿਖੀ ਹੋਈ ਹੈ। ਅੱਗੇ ਵੇਖਦੇ ਹਾਂ ਜੀ, ਤਾਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 15 ਸ਼ਬਦਾਂ ਵਿੱਚ ਦਿਓ। ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ। ਧਰਮ ਨਿਰਪੱਖਤਾ ਦਾ ਭਾਵ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਹੈ, ਸਾਰੇ ਹੀ ਧਰਮਾਂ ਦੀ ਰਿਸਪੈਕਟ ਕਰਨੀ ਹੈ। ਧਰਮ ਨਿਰਪੱਖਤਾ ਦੀ ਕੋਈ ਉਦਾਹਰਣ ਦਿਓ। ਧਰਮ ਨਿਰਪੱਖਤਾ ਦੀ ਵੱਡੀ ਉਦਾਹਰਣ ਇਹ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਖ-ਵੱਖ ਧਰਮਾਂ ਦੇ ਰਹੇ ਹਨ। ਇਸੇ ਤਰ੍ਹਾਂ ਹੀ ਹੋਰ ਸੰਵਿਧਾਨਿਕ ਅਹੁਦਿਆਂ 'ਤੇ ਵੀ ਸਾਰੇ ਧਰਮਾਂ ਦੇ ਲੋਕ ਰਹੇ ਹਨ। ਸੰਵਿਧਾਨ ਵਿੱਚ ਸ਼ਾਮਿਲ ਆਦਰਸ਼ਾਂ ਤੋਂ ਕੀ ਭਾਵ ਹੈਗਾ ਜੀ? ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਰਾਜ ਦੇ ਆਦਰਸ਼ ਸੰਪੂਰਨ ਪ੍ਰਭੂਸੱਤਾ ਸੰਪੰਨ, ਧਰਮ ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ, ਗਣਰਾਜ ਆਦਿ ਸ਼ਾਮਿਲ ਕੀਤੇ ਗਏ ਹਨ। ਇਹਨਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਸੋ ਇਹ ਮੇਨ ਗੱਲ ਸੀਗੀ ਆਦਰਸ਼ਾਂ ਦੀ। ਅੱਗੇ ਵੇਖੋ ਜੀ, ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਕਿਵੇਂ ਪੂਰਾ ਕੀਤਾ ਗਿਆ ਹੈ? ਪ੍ਰਸਤਾਵਨਾ ਵਿੱਚ ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਵੱਖ-ਵੱਖ ਕਾਨੂੰਨ ਹੈਗੇ ਨੇ ਜੀ, ਉਹ ਬਣਾਏ ਗਏ ਨੇ। ਪ੍ਰਸਤਾਵਨਾ ਕੀ ਹੈ? ਪ੍ਰਸਤਾਵਨਾ ਜਦੋਂ ਆਪਾਂ ਗੱਲ ਕਰਦੇ ਹਾਂ, ਪ੍ਰਸਤਾਵਨਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਇਸ ਦੇ ਮੌਲਿਕ ਸਿਧਾਂਤਾਂ ਅਤੇ ਆਦਰਸ਼ਾਂ ਆਦਿ ਦਾ ਵਰਣਨ ਕੀਤਾ ਜਾਂਦਾ ਹੈ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵੇਖ ਲੈਂਦੇ ਆ ਜੀ। ਨਿਆਂ ਤੋਂ ਕੀ ਭਾਵ ਹੈ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ? ਭਾਰਤ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਖੇਤਰ ਵਿੱਚ ਨਿਆਂ ਦਿੱਤਾ ਗਿਆ ਹੈ। ਜਾਤ ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਹਨਾਂ ਆਦਰਸ਼ਾਂ ਨੂੰ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕਰਕੇ ਲਾਗੂ ਕੀਤਾ ਗਿਆ ਹੈ। ਸਮਾਨਤਾ ਤੋਂ ਕੀ ਭਾਵ ਹੈ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ? ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ। ਕਾਨੂੰਨ ਦੇ ਸਾਹਮਣੇ ਸਾਰੇ ਲੋਕ ਸਮਾਨ ਹਨ। ਛੂਤ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਕਿਸੇ ਵਿਸ਼ੇਸ਼ ਧਰਮ, ਜਾਤ, ਰੰਗ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ। ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ? ਪ੍ਰਸਤਾਵਨਾ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਅਧਿਕਾਰ ਦਾ ਵਰਣਨ ਕੀਤਾ ਗਿਆ ਹੈ। ਇਹ ਭਾਰਤੀ ਸੰਵਿਧਾਨ ਨੂੰ ਮੂਲ ਢਾਂਚਾ ਪ੍ਰਦਾਨ ਕਰਦੀ ਹੈ। ਇਹ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਹੈ। ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ਕਿ ਅਸੀਂ ਇਸ ਉਦੇਸ਼ ਨੂੰ ਪੂਰਾ ਕਰ ਸਕੇ ਹਾਂ। 42 ਜਿਹੜੀ ਕਿ 42ਵੀਂ ਸ਼ੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਅਤੇ ਏਕਤਾ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਭਾਰਤ ਵਿੱਚ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਅਤੇ ਜਾਤੀਆਂ ਦੇ ਲੋਕ ਵਸਦੇ ਹੋਣ ਦੇ ਬਾਵਜੂਦ ਉਹ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ? ਸਮਾਜਿਕ ਨਿਆਂ ਜਾਤ ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਵਿਤਕਰਾ ਦੀ ਆਪਾਂ ਗੱਲ ਕਰਦੇ ਹਾਂ ਭੇਦਭਾਵ। ਆਰਥਿਕ ਨਿਆਂ ਦੀ ਗੱਲ ਕਰਦੇ ਹਾਂ ਤੇ ਆਪਣੀ ਆਜੀਵਿਕਾ ਕਮਾਉਣ ਲਈ ਹਰੇਕ ਵਿਅਕਤੀ ਨੂੰ ਕੰਮ ਦੇ ਬਰਾਬਰ ਮੌਕੇ ਦਿੱਤੇ ਜਾਂਦੇ ਹਨ। ਰਾਜਨੀਤਿਕ ਨਿਆਂ ਹਰ ਵਿਅਕਤੀ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਦਿੱਤੇ ਜਾਂਦੇ ਹਨ, ਜਿਵੇਂ ਵੋਟ ਦਾ ਅਧਿਕਾਰ ਅਤੇ ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ ਆਦਿ। ਤੇ ਇਹ ਗੱਲ ਸੀਗੀ ਜੀ ਆਪਣੇ ਪੋਲਿਟੀ ਦੇ ਸੈਕੰਡ ਚੈਪਟਰ ਦੀ। ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪਾਠ ਦੇ ਉੱਤੇ। ਅਗਲੇ ਪਾਠ ਦਾ ਨਾਮ ਹੈਗਾ ਜੀ ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ। ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਰਜ ਹੈਗੇ ਨੇ ਜੀ? ਇਹ ਹੈਗੇ ਆ ਜੀ 6 ਮੌਲਿਕ ਅਧਿਕਾਰ। ਭਾਰਤੀ ਸੰਵਿਧਾਨ 'ਚ ਮੌਲਿਕ ਅਧਿਕਾਰ ਅਨੁਛੇਦ
ਕਿੰਨੇ ਤੋਂ ਕਿੰਨੇ ਤੱਕ ਹੈਗੇ ਆ ਜੀ? 14 ਤੋਂ ਲੈ ਕੇ 32 ਤੱਕ ਜਿਹੜੇ ਤੁਹਾਨੂੰ ਆਪਣੇ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਨੇ ਜੀ, ਇਹ ਵੇਖਣ ਨੂੰ ਮਿਲਦੇ ਆ। ਸੰਵਿਧਾਨ ਦੀ ਧਾਰਾ 25 ਧਰਮ ਦੇ ਆਧਾਰ ਤੇ ਵਿਤਕਰਿਆਂ ਦੀ ਮਨਾਹੀ ਕਰਦੀ ਹੈ ਕਿ ਧਰਮ ਦੇ ਆਧਾਰ ਤੇ ਤੁਸੀਂ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ। ਇਹ ਗੱਲ ਲਿਖੀ ਹੋਈ ਹੈ ਆਰਟੀਕਲ 25 ਦੇ ਵਿੱਚ। ਪਹਿਲਾ ਮੌਲਿਕ ਅਧਿਕਾਰ ਸਮਾਨਤਾ ਦਾ ਅਧਿਕਾਰ ਹੈ। ਬਿਲਕੁਲ ਠੀਕ ਹੈ ਜੀ। ਪ੍ਰੈਸ ਦੀ ਆਜ਼ਾਦੀ ਸੁਤੰਤਰਤਾ ਦੇ ਅਧਿਕਾਰ ਅਧੀਨ ਦਿੱਤੀ ਗਈ ਹੈ। ਅੱਗੇ ਵੇਖ ਲੈਂਦੇ ਹਾਂ ਸਹੀ ਗਲਤ। ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ। ਬਿਲਕੁਲ ਠੀਕ। ਭਾਵੇਂ ਉਹ ਰਾਸ਼ਟਰਪਤੀ ਹੋਵੇ, ਭਾਵੇਂ ਤੁਸੀਂ ਹੋਵੋ, ਤੁਸੀਂ ਸਾਰੇ ਹੀ ਇੱਕ ਬਰਾਬਰ ਹੋ ਕਾਨੂੰਨ ਦੇ ਸਾਹਮਣੇ। ਅਧਿਕਾਰ ਅਤੇ ਕਰਤੱਵਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ। ਬਿਲਕੁਲ ਗਲਤ ਹੈ ਜੀ, ਹੈਗਾ ਜੀ ਸੰਬੰਧ। ਨਿਆਂਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਆ ਹੈ। ਬਿਲਕੁਲ ਠੀਕ। ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ ਜੀ, ਠੀਕ ਹੈ ਜੀ। ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਧਰਮ, ਜਾਤ ਜਾਂ ਰੰਗ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਬਿਲਕੁਲ ਗਲਤ ਹੈ ਜੀ, ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਅੱਗੇ ਵੇਖ ਲੈਂਦੇ ਆ ਜੀ ਬਹੁ ਵਿਕਲਪੀ ਪ੍ਰਸ਼ਨ। ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈਗਾ ਜੀ? ਸੋ 8ਵੀਂ ਤੱਕ ਦੇ ਜਿੰਨੇ ਵੀ ਬੱਚੇ ਹੁੰਦੇ ਨੇ ਜੀ, ਉਹਨਾਂ ਨੂੰ ਬਿਲਕੁਲ ਮੁਫਤ ਸਿੱਖਿਆ ਦੇਣ ਦਾ ਪ੍ਰਾਵਧਾਨ ਹੈਗਾ ਆ। ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ ਹੈ ਜੀ? ਸ਼ੋਸ਼ਣ ਵਿਰੁੱਧ ਅਧਿਕਾਰ, ਠੀਕ ਹੈ ਜੀ। ਭਾਰਤ ਵਿੱਚ ਸਿੱਖਿਆ ਐਕਟ ਕਦੋਂ ਤੋਂ ਲਾਗੂ ਹੈ? ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ 1 ਅਪ੍ਰੈਲ 2010 ਤੋਂ ਲਾਗੂ ਹੈ ਜੀ। ਸਿੱਖਿਆ ਦੇ ਅਧਿਕਾਰ ਸੰਵਿਧਾਨ 'ਚ ਕਿਸ ਧਾਰਾ ਅਧੀਨ ਦਰਜ ਹੈਗਾ ਜੀ? ਸੋ ਸਿੱਖਿਆ ਦਾ ਅਧਿਕਾਰ ਮੇਨਲੀ ਗੱਲ ਕੀਤੀ ਗਈ ਹੈ ਆਰਟੀਕਲ 21A। ਆਰਟੀਕਲ 21A ਦੇ ਵਿੱਚ ਸਿੱਖਿਆ ਦਾ ਅਧਿਕਾਰ ਸੰਵਿਧਾਨ 'ਚ ਦਰਜ ਹੈ। ਅਧਿਕਾਰਾਂ ਤੋਂ ਕੀ ਭਾਵ ਹੈ ਜੀ? ਜਦੋਂ ਵੀ ਆਪਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ, ਮਨੁੱਖੀ ਵਿਕਾਸ ਲਈ ਜ਼ਰੂਰੀ ਜਾਇਜ਼ ਮੰਗਾਂ ਨੂੰ ਅਧਿਕਾਰ ਕਿਹਾ ਜਾਂਦਾ ਹੈ। ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ। ਮੁੱਢਲੇ ਅਧਿਕਾਰ ਉਹ ਹਨ ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ ਵਿਕਾਸ ਭਾਵ ਉਸ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ। ਕਿਸੇ ਦੋ ਅਧਿਕਾਰਾਂ ਨਾਲ ਸੰਬੰਧਿਤ ਦੋ ਫਰਜ਼ ਲਿਖੋ। ਸਮਾਨਤਾ ਦਾ ਅਧਿਕਾਰ ਤਹਿਤ ਸਾਡਾ ਇਹ ਫਰਜ਼ ਹੈ ਕਿ ਅਸੀਂ ਕਿਸੇ ਨਾਲ ਵਿਤਕਰਾ ਨਾ ਕਰੀਏ। ਸੁਤੰਤਰਤਾ ਦੇ ਅਧਿਕਾਰ ਤਹਿਤ ਸਾਡਾ ਇਹ ਫਰਜ਼ ਹੈ ਕਿ ਅਸੀਂ ਦੂਜਿਆਂ ਦੀਆਂ ਸੁਤੰਤਰਤਾਵਾਂ ਦਾ ਵੀ ਖਿਆਲ ਰੱਖੀਏ। ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ? ਇਹ ਅਧਿਕਾਰ ਸਾਨੂੰ ਆਪਣੇ ਅਧਿਕਾਰਾਂ ਦੀ ਸੁਰੱਖਿਆ ਦਾ ਗਿਆਨ ਕਰਵਾਉਂਦਾ ਹੈ। ਇਸ ਅਧਿਕਾਰ ਵਿੱਚ ਇਹ ਅੰਕਿਤ ਕੀਤਾ ਗਿਆ ਹੈ, ਤੁਸੀਂ ਸੰਵਿਧਾਨਿਕ ਤੌਰ ਤੇ ਕਿਸੇ ਦੇ ਅਧਿਕਾਰ ਖੋ ਨਹੀਂ ਸਕਦੇ। ਕਿਸੇ ਵੀ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਉਹ ਨਿਆਂਪਾਲਿਕਾ ਦੀ ਸ਼ਰਨ ਲੈ ਸਕਦਾ ਹੈ। ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ ਹੈ ਜੀ? ਸੋ ਅਨੁਛੇਦ ਜਿਹੜਾ 17 ਹੈ, ਅਬੋਲਿਸ਼ਨ ਆਫ ਅਨਟੱਚੇਬਿਲਟੀ ਦੀ ਗੱਲ ਕਰਦਾ ਹੈ। ਅੱਗੇ ਵੇਖੋ, ਸਿੱਖਿਆ ਦੇ ਅਧਿਕਾਰ ਦੇ ਸੰਖੇਪ ਨੋਟ ਲਿਖੋ। ਦਸੰਬਰ 2002 ਵਿੱਚ ਸੰਵਿਧਾਨ ਵਿੱਚ 86ਵੀਂ ਸ਼ੋਧ ਕੀਤੀ ਗਈ। ਮੌਲਿਕ ਅਧਿਕਾਰਾਂ ਵਿੱਚ ਅਨੁਛੇਦ 21A ਦਰਜ ਕਰਕੇ 6 ਤੋਂ 14 ਸਾਲ ਦੇ ਹਰੇਕ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਨੂੰ ਅਮਲੀ ਰੂਪ ਦੇਣ ਲਈ ਲਾਜ਼ਮੀ ਅਤੇ ਮੁਫਤ ਸਿੱਖਿਆ ਦਾ ਅਧਿਕਾਰ ਐਕਟ 2009 ਵਿੱਚ ਪਾਸ ਕੀਤਾ ਗਿਆ। ਇਸ ਅਧਿਕਾਰ ਅਧੀਨ ਹਰੇਕ ਭਾਰਤੀ ਬੱਚਾ ਜੋ ਕੋਈ 6 ਤੋਂ ਲੈ ਕੇ 14 ਸਾਲਾਂ ਦੇ ਆਯੂ ਗਰੁੱਪ ਵਿੱਚ ਆਉਂਦਾ ਹੈ, ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ 1 ਅਪ੍ਰੈਲ 2010 ਤੋਂ ਲਾਗੂ ਹੈ। ਸੰਵਿਧਾਨ 'ਚ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਰਜ ਹਨ? ਸੰਵਿਧਾਨ ਵਿੱਚ ਜਿਹੜੇ 6 ਮੌਲਿਕ ਅਧਿਕਾਰ ਨੇ, ਤੁਹਾਨੂੰ ਇਹ ਵੀ ਯਾਦ ਹੋਣੇ ਚਾਹੀਦੇ ਨੇ ਕਿਹੜੇ-ਕਿਹੜੇ ਅਧਿਕਾਰ ਨੇ। ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੋ ਇਹ ਕੁਝ ਗੱਲਾਂ ਨੇ ਜੀ ਜਿਹੜੀਆਂ ਕਿ ਤੁਹਾਡੇ ਮੌਲਿਕ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਨੇ। ਅਧਿਕਾਰ ਅਤੇ ਕਰਤੱਵ ਇੱਕੋ ਸਿੱਕੇ ਦੇ ਦੋ ਪਾਸੇ ਹਨ। ਕਿਵੇਂ? ਜਿੱਥੇ ਵਿਅਕਤੀ ਦੇ ਵਿਕਾਸ ਲਈ ਰਾਜ ਅਤੇ ਸਮਾਜ ਦੋਵੇਂ ਉਸ ਨੂੰ ਅਨੇਕਾਂ ਅਧਿਕਾਰ ਦਿੰਦੇ ਹਨ, ਉੱਥੇ ਵਿਅਕਤੀ ਤੋਂ ਕੁਝ ਕਰਤੱਵਾਂ ਦੀ ਵੀ, ਜਿਹੜੇ ਕਰਤੱਵ ਹੁੰਦੇ ਨੇ, ਉਹਦੀ ਵੀ ਆਸ ਵੀ ਕਰਦੇ ਨੇ। ਕਰਤੱਵਾਂ ਦਾ ਪਾਲਣ ਕੀਤੇ ਬਿਨਾਂ ਵਿਅਕਤੀ ਅਧਿਕਾਰਾਂ ਦਾ ਹੱਕਦਾਰ ਨਹੀਂ ਹੁੰਦਾ। ਇਸ ਲਈ ਅਧਿਕਾਰ ਅਤੇ ਕਰਤੱਵ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ। ਸ਼ੋਸ਼ਣ ਵਿਰੁੱਧ ਅਧਿਕਾਰ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਸ਼ੋਸ਼ਣ ਵਿਰੁੱਧ ਅਧਿਕਾਰ ਵਿੱਚ ਮਨੁੱਖ ਦਾ ਵਪਾਰ ਕਰਨ, ਤਨਖਾਹ ਦਿੱਤੇ ਬਿਨਾਂ ਕੰਮ ਕਰਾਉਣਾ ਅਤੇ ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਮਨਾਹੀ ਹੈ। ਕੰਮ ਬਦਲੇ ਤਨਖਾਹ ਪੱਖੋਂ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ ਜਾਂ ਜਾਤੀ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ? ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਜਾਗਰੂਕ ਹੋ ਕੇ ਕਰ ਸਕਦੇ ਹਾਂ। ਸਾਡੇ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਅਸੀਂ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹਾਂ। ਬਿਲਕੁਲ ਠੀਕ ਹੈ ਜੀ। ਹੁਣ ਅਗਲੇ ਪਾਠ ਨੂੰ ਵੇਖ ਲੈਂਦੇ ਹਾਂ। ਅਗਲਾ ਪਾਠ ਹੈ ਜੀ ਸੰਸਦ।
ਬਣਤਰ ਭੂਮਿਕਾ ਅਤੇ ਵਿਸ਼ੇਸ਼ਤਾਵਾਂ। ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਜੀ? ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਇਹ ਤੁਹਾਨੂੰ ਟੋਟਲ 545 ਵੇਖਣ ਨੂੰ ਮਿਲਦੀ ਹੈ। ਇਸੇ ਤਰ੍ਹਾਂ ਹੀ ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈਗੀ ਹੈ ਜੀ? ਇਹ ਹੈਗੀ ਹੈ ਜੀ ਤੁਹਾਨੂੰ ਲਗਭਗ 250 ਵੇਖਣ ਨੂੰ ਮਿਲਦੀ ਹੈਗੀ ਹੈ ਜੀ, 250। ਐਂਡ ਗੱਲ ਕਰਦੇ ਹਾਂ ਪੰਜਾਬ ਵਿੱਚ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹੈਗੇ ਆ ਜੀ? ਇਹਨਾਂ ਨੇ ਲੋਕ ਸਭਾ ਦੀ ਗੱਲ ਕੀਤੀ ਹੈ। ਸੋ ਪੰਜਾਬ ਵਿੱਚ ਲੋਕ ਸਭਾ ਲਈ ਜਿਹੜੇ ਮੈਂਬਰ ਚੁਣੇ ਜਾਂਦੇ ਆ ਜੀ, ਉਹ ਟੋਟਲ ਚੁਣੇ ਜਾਂਦੇ ਨੇ 13। ਹੁਣ ਵੇਖਦੇ ਹਾਂ ਜੀ, ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਬਣਨ ਲਈ ਘੱਟੋ ਘੱਟ ਤੁਹਾਡੀ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤੇ ਉਹ ਹੋਣੀ ਚਾਹੀਦੀ ਹੈ ਜੀ 35 ਸਾਲ। ਘੱਟੋ ਘੱਟ ਜੇ ਕਿਸੇ ਪਰਸਨ ਦੀ, ਵਿਅਕਤੀ ਦੀ 35 ਸਾਲ ਉਮਰ ਹੈਗੀ ਆ ਤੇ ਉਹ ਭਾਰਤ ਦਾ ਜਿਹੜਾ ਰਾਸ਼ਟਰਪਤੀ ਬਣਨ ਲਈ ਉਹ ਚੋਣ ਲੜ ਸਕਦਾ ਹੈ। ਸੰਸਦੀ ਸਰਕਾਰ ਨੂੰ ਲੋਕਤੰਤਰੀ ਸਰਕਾਰ ਵੀ ਕਿਹਾ ਜਾਂਦਾ ਹੈ। ਬਿਲਕੁਲ ਸਹੀ ਹੈ ਜੀ ਕਿ ਪਾਰਲੀਮੈਂਟਰੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨੂੰ ਆਪਾਂ ਡੈਮੋਕ੍ਰੈਟਿਕ ਗਵਰਨਮੈਂਟ ਕਹਿ ਦਿੰਦੇ ਹਾਂ। ਕੇਵਲ ਧਨ ਬਿੱਲ ਹੀ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਭਾਵ ਇਹ ਕਿ ਧਨ ਬਿੱਲ ਨੂੰ ਫਿਰ ਆਪਾਂ ਰਾਜ ਸਭਾ ਵਿੱਚ ਨਹੀਂ ਪੇਸ਼ ਕਰ ਸਕਦੇ, ਅਦਰਵਾਈਜ਼ ਆਪਾਂ ਮਤਲਬ ਇਸ਼ੂ ਨਹੀਂ ਕਰ ਸਕਦੇ ਹਾਂ ਕਿ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਸੋ ਇਹ ਗੱਲ ਠੀਕ ਹੈ ਜੀ। ਲੋਕ ਸਭਾ ਅੱਗੇ ਵੇਖੋ, ਲੋਕ ਸਭਾ ਇੱਕ ਸਥਾਈ ਸਦਨ ਹੈ? ਬਿਲਕੁਲ ਨਹੀਂ ਜੀ। ਬਟ ਜਦੋਂ ਆਪਾਂ ਰਾਜ ਸਭਾ ਦੀ ਗੱਲ ਕਰਦੇ ਹਾਂ ਤੇ ਰਾਜ ਸਭਾ ਇੱਕ ਸਥਾਈ ਸਦਨ ਹੈ, ਨਾ ਕਿ ਲੋਕ ਸਭਾ। ਸੋ ਇੱਥੇ ਇਹ ਗੱਲ ਗਲਤ ਲਿਖੀ ਹੋਈ ਹੈ। ਰਾਜ ਸਭਾ ਦੇ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਹਨ। ਇਹੀ ਰੀਜ਼ਨ ਹੈ ਕਿ ਤੁਹਾਡੀ ਜਿਹੜੀ ਰਾਜ ਸਭਾ ਹੁੰਦੀ ਹੈ ਉਹ ਸਥਾਈ ਸਦਨ ਹੁੰਦੀ ਹੈ। ਰਾਜ ਸਭਾ ਦੀ ਆਪਾਂ ਗੱਲ ਕਰ ਰਹੇ ਹਾਂ, ਜੇਕਰ ਮੰਨ ਲਓ ਹਰ 2 ਸਾਲ ਬਾਅਦ ਕਿੰਨੇ ਰਿਟਾਇਰ ਹੁੰਦੇ ਆ ਜੀ? ਲਗਭਗ 1/3 ਜਿਹੜੇ ਮੈਂਬਰ ਹੁੰਦੇ ਨੇ, ਹਰ ਸਾਲ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਇਲੈਕਸ਼ਨਾਂ ਵੀ ਕਰਵਾ ਲਈਆਂ ਜਾਂਦੀਆਂ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਬਿਲਕੁਲ ਠੀਕ ਹੈ ਜੀ। ਸੰਸਦੀ ਸਰਕਾਰ 'ਚ ਪ੍ਰਧਾਨ ਮੰਤਰੀ ਨਾਮ ਮਾਤਰ ਕਾਰਜਮੁਖੀ ਹੁੰਦਾ ਹੈ। ਗਲਤ। ਇੱਥੇ ਆਪਣੇ ਦੇਸ਼ ਵਿੱਚ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਹੀ ਸਾਰਾ ਕੁਝ ਹੁੰਦਾ ਤੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਨਾਮ ਮਾਤਰ ਕਾਰਜ ਆਪਾਂ ਕਹਿ ਦਿੰਦੇ ਹਾਂ ਉਹਨੂੰ, ਕਾਰਜ ਸਾਧਕ ਮੁਖੀ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਸਾਰਾ ਕੁਝ ਹੁੰਦਾ ਹੈ। ਸੋ ਇੱਥੇ ਗੱਲ ਗਲਤ ਹੈ। ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ। ਬਿਲਕੁਲ ਠੀਕ ਹੈ ਜੀ। ਅੱਗੇ ਪ੍ਰਸ਼ਨਾਂ ਉੱਤਰਾਂ ਨੂੰ ਵੇਖ ਲੈਂਦੇ ਹਾਂ। ਟਿਕ ਮਾਰਕ ਵਾਲੇ ਕੁਐਸਚਨ ਹੈਗੇ ਆ ਜੀ। ਰਾਸ਼ਟਰਪਤੀ ਰਾਜ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? ਰਾਸ਼ਟਰਪਤੀ ਰਾਜ ਸਭਾ ਰਾਜ ਵਿੱਚ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈਗਾ ਜੀ? ਉਹ ਹੈਗੇ ਆ ਜੀ 12 ਨੋਮੀਨੇਟ ਕਰ ਸਕਦਾ ਹੁੰਦਾ। ਪੰਜਾਬ ਵਿੱਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਆ ਜੀ? ਸੋ ਰਾਜ ਸਭਾ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਉਹ ਤੁਹਾਡੇ 7 ਮੈਂਬਰ ਚੁਣੇ ਜਾਂਦੇ ਆ। ਤੇ ਹੁਣੇ ਆਪਾਂ ਗੱਲ ਕਰਕੇ ਆਏ ਸੀਗੇ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਆ, ਉਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਸੰਸਦ ਦੇ ਦੋਨਾਂ ਸਦਨਾਂ 'ਚ ਹੋਏ ਮਤਭੇਦ ਨੂੰ ਕੌਣ ਦੂਰ ਕਰ ਸਕਦਾ ਹੈ? ਸੰਸਦ ਦੇ ਦੋਨਾਂ ਸਦਨਾਂ 'ਚ ਹੋਏ ਮਤਭੇਦ ਨੂੰ ਦੂਰ ਕਰਦਾ ਹੈ ਜੀ ਰਾਸ਼ਟਰਪਤੀ। ਕੌਣ ਦੂਰ ਕਰਦਾ ਹੈ ਜੀ? ਰਾਸ਼ਟਰਪਤੀ। ਸੰਸਦ ਦੇ ਸ਼ਬਦ ਅਰਥ ਲਿਖੋ। ਸੰਸਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪਾਰਲੀਮੈਂਟ ਦੇ ਪੰਜਾਬੀ ਅਨੁਵਾਦ ਹੈ, ਜੋ ਕਿ ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਗੱਲਬਾਤ ਕਰਨਾ। ਸੋ ਸੰਸਦ ਇੱਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕਾਂ ਦੇ ਨੁਮਾਇੰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਨ। ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ? ਸਰਕਾਰ ਉਨਾ ਚਿਰ ਹੀ ਆਪਣੇ ਅਹੁਦੇ 'ਤੇ ਬਿਰਾਜਮਾਨ ਰਹਿ ਸਕਦੀ ਹੈ ਜਿੰਨਾ ਚਿਰ ਉਸ ਕੋਲ ਸੰਸਦ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਰਹਿੰਦਾ ਹੈ। ਅਦਰਵਾਈਜ਼ ਕੀ ਹੁੰਦਾ ਹੈ ਜੀ? ਅਦਰਵਾਈਜ਼ ਉਹਨਾਂ ਨੂੰ ਕੁਰਸੀ ਛੱਡਣੀ ਪੈਂਦੀ ਹੈ। ਐਂਡ ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ? ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਸਦਨਾਂ ਵਿੱਚ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਉਪਰੰਤ ਬਿੱਲ ਕਾਨੂੰਨ ਬਣਦਾ ਹੈ। ਸਿਰਫ ਧਨ ਬਿੱਲ ਜਾਂ ਵਿੱਤੀ ਬਿੱਲ ਹੀ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ? ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਹ ਦਲ ਸਰਕਾਰ ਬਣਾਉਂਦਾ ਹੈ। ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ। ਨਾਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ। ਪ੍ਰਧਾਨ ਮੰਤਰੀ ਦੀ ਅਗਵਾਈ, ਭਾਵ ਇਹ ਪਹਿਲੀ ਲਾਈਨ 'ਚ ਤਾਂ ਇਹ ਲਿਖਿਆ ਹੋਇਆ ਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਐਂਡ ਜਿਹੜਾ ਕਿ ਪ੍ਰਾਈਮ ਮਿਨਿਸਟਰ ਹੁੰਦਾ ਉਹਨਾਂ 'ਚ ਕਿੰਨਾ ਡਿਫਰੈਂਸ ਹੁੰਦਾ। ਐਂਡ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੀ ਸਾਰੇ ਕੰਮ ਹੁੰਦੇ ਆ। ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਗੂੜਾ ਸੰਬੰਧ ਹੈ ਜੀ। ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ਮਿਲੀ ਹੁੰਦੀ ਹੈ। ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ। ਲਟਕਦੀ ਸੰਸਦ ਤੋਂ ਕੀ ਪ੍ਰਭਾਵ ਹੈਗਾ ਜੀ? ਲਟਕਦੀ ਸੰਸਦ ਤੋਂ ਕੀ ਭਾਵ ਹੈ? ਲਟਕਦੀ ਸੰਸਦ ਤੋਂ ਭਾਵ ਅਜਿਹੀ ਲੋਕ ਸਭਾ ਤੋਂ ਹੈ ਜਿਸ ਵਿੱਚ ਕਿਸੇ ਵੀ ਇੱਕ ਰਾਜਨੀਤਿਕ ਦਲ ਨੂੰ ਚੋਣਾਂ ਤੋਂ ਬਾਅਦ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਅਤੇ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਹਨ ਅਤੇ ਸਰਕਾਰ ਚਲਾਉਂਦੀਆਂ ਹਨ। ਜਿਵੇਂ ਤੁਸੀਂ ਮਹਾਰਾਸ਼ਟਰ ਵਿੱਚ ਵੀ ਵੇਖ ਸਕਦੇ ਹੋ, ਕੁਝ ਇਸ ਤਰ੍ਹਾਂ ਦੀਆਂ ਹੀ ਰਲੀਆਂ ਮਿਲੀਆਂ ਸਰਕਾਰਾਂ ਬਣੀਆਂ ਚੱਲ ਰਹੀਆਂ ਨੇ। ਤੁਸੀਂ ਗੂਗਲ ਵੀ ਕਰ ਸਕਦੇ ਹੋ। ਅੱਗੇ ਵੇਖ ਲਓ ਜੀ, ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ? ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਐਕਟ ਦੁਆਰਾ ਸੰਸਦੀ ਸਰਕਾਰ ਲਾਗੂ ਕੀਤੀ ਗਈ ਸੀ।
ਇਸ ਤਰ੍ਹਾਂ ਭਾਰਤੀ ਲੋਕਾਂ ਨੂੰ ਸੰਸਦੀ ਪ੍ਰਣਾਲੀ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਸੰਸਦੀ ਸ਼ਾਸਨ ਪ੍ਰਣਾਲੀ ਦਾ ਸਮਰਥਨ ਕੀਤਾ। ਸਦੀਆਂ ਤੋਂ ਗੁਲਾਮ ਰਹਿਣ ਕਾਰਨ ਭਾਰਤ ਨੂੰ ਅਜਿਹੀ ਸਰਕਾਰ ਦੀ ਲੋੜ ਸੀ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਤੇ ਆਧਾਰਿਤ ਹੋਵੇ। ਸੰਸਦੀ ਸਰਕਾਰ ਪਰਿਵਰਤਨਸ਼ੀਲ ਹੈ, ਇਹ ਕਦੇ ਵੀ ਬਦਲੀ ਜਾ ਸਕਦੀ ਹੈ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਦੀ ਆਪਾਂ ਗੱਲ ਕਰਦੇ ਹਾਂ। ਰਾਸ਼ਟਰਪਤੀ ਕੋਲ ਵਿਧਾਨਿਕ, ਕਾਰਜਪਾਲਿਕਾ ਅਤੇ ਨਿਆਇਕ ਸ਼ਕਤੀਆਂ ਹਨ, ਪਰ ਉਹ ਅਸਲ ਵਿੱਚ ਉਹਨਾਂ ਸ਼ਕਤੀਆਂ ਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਉਹ ਇਹਨਾਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਕਰਦਾ ਹੈ। ਪ੍ਰਧਾਨ ਮੰਤਰੀ ਮੰਤਰੀ ਮੰਡਲ, ਮੰਤਰੀ ਪ੍ਰੀਸ਼ਦ ਅਤੇ ਲੋਕ ਸਭਾ ਦਾ ਮੁਖੀ ਹੁੰਦਾ ਹੈ। ਉਹ ਸਮੁੱਚੇ ਰਾਜ ਪ੍ਰਬੰਧ ਦਾ ਚਾਲਕ ਅਤੇ ਕੇਂਦਰੀ ਬਿੰਦੂ ਹੁੰਦਾ ਹੈ। ਅਸਲ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਹੀ ਕਰ ਸਕਦਾ ਹੈ। ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਵਿਰੁੱਧ ਆਪਣੀ ਪਦਵੀ ਤੇ ਨਹੀਂ ਰਹਿ ਸਕਦਾ। ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ। ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ। ਇੱਕ ਦਿਨ ਵਿੱਚ 10-10 ਕਾਨੂੰਨ ਪਾਸ ਹੋ ਰਹੇ ਹਨ। ਸਪੀਕਰ ਦੀ ਨਿਰਪੱਖਤਾ ਬਾਰੇ ਸ਼ੱਕ, ਸਦਨ ਵਿੱਚ ਮੈਂਬਰਾਂ ਦੀ ਗੈਰ ਹਾਜ਼ਰੀ, ਕਮੇਟੀ ਪ੍ਰਣਾਲੀ ਦਾ ਪਤਨ, ਬੈਠਕਾਂ ਵਿੱਚ ਕਮੀ, ਜਿੱਦ ਦੀ ਰਾਜਨੀਤੀ। ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ। ਕਾਨੂੰਨ ਪਾਸ ਕਰਨ ਸਮੇਂ ਯੋਗ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਸਪੀਕਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਸਦਨ ਵਿੱਚ ਮੈਂਬਰਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਹੈ। ਬੈਠਕਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਚਾਹੀਦਾ ਹੈ। ਜਿੱਦ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਥਿਰ ਸਰਕਾਰਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ। ਠੀਕ ਹੈ ਜੀ। ਭਾਰਤੀ ਸੰਸਦ ਦੀ ਬਣਤਰ ਲਿਖੋ। ਭਾਰਤੀ ਸੰਸਦ ਦੇ 2 ਸਦਨ ਹੈਗੇ ਆ। ਲੋਕ ਸਭਾ ਜਿਹਨੂੰ ਤੁਸੀਂ ਲੋਅਰ ਹਾਊਸ ਕਹਿੰਦੇ ਹੋ, ਰਾਜ ਸਭਾ ਜਿਹਨੂੰ ਤੁਸੀਂ ਅੱਪਰ ਹਾਊਸ ਕਹਿੰਦੇ ਹੋ। ਲੋਅਰ ਹਾਊਸ ਜਿਹੜਾ ਕਿ ਲੋਕ ਸਭਾ ਹੈ, ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ, ਇਹ ਲੋਕਾਂ ਦਾ ਸਦਨ ਹੈ। ਇਸ ਵਿੱਚ ਲੋਕਾਂ ਦੁਆਰਾ ਪ੍ਰਤੱਖ ਚੁਣੇ ਹੋਏ ਮੈਂਬਰ ਹੁੰਦੇ ਹਨ। ਇਸ ਮੈਂਬਰਾਂ ਦੀ ਕੁੱਲ ਗਿਣਤੀ ਹੁੰਦੀ ਹੈ ਜੀ 545। ਰਾਸ਼ਟਰਪਤੀ ਇਸ ਸਦਨ ਨੂੰ ਸੰਵਿਧਾਨ ਦੇ ਕਾਨੂੰਨ ਅਨੁਸਾਰ ਭੰਗ ਕਰ ਸਕਦਾ ਹੈ। ਰਾਜ ਸਭਾ ਦੀ ਗੱਲ ਕਰਦੇ ਹਾਂ, ਇੱਕ ਸਥਾਈ ਸਦਨ ਹੈ। ਇਸ ਵਿੱਚ ਮੈਂਬਰਾਂ ਦੀ ਗਿਣਤੀ 250 ਹੈ। 238 ਮੈਂਬਰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਵਿਗਿਆਨਿਕ, ਸਾਹਿਤ, ਕਲਾ, ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਹਨ। ਇਸ ਦੇ ਜਿਹੜੇ ਮੈਂਬਰ ਅਪ੍ਰਤੱਖ ਚੋਣ ਪ੍ਰਣਾਲੀ ਨਾਲ ਚੁਣੇ ਜਾਂਦੇ ਹਨ। ਐਂਡ ਇਸ ਦੇ ਨਾਲ ਹੀ ਆਪਾਂ ਅਗਲੇ ਪਾਠ ਨੂੰ ਵੀ ਡਿਸਕਸ ਕਰ ਲੈਂਦੇ ਹਾਂ। ਡੈਸ਼ ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ। ਫਸਟ ਇਨਫੋਰਮੇਸ਼ਨ ਰਿਪੋਰਟ ਆਪਾਂ FIR ਨੂੰ ਕਹਿੰਦੇ ਹਾਂ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਜੀ? ਸੁਪਰੀਮ ਕੋਰਟ ਹੈ। ਪਾਠ ਦਾ ਨਾਮ ਦੱਸਣਾ ਭੁੱਲ ਗਿਆ ਜੀ ਮੈਂ। ਨਿਆਂਪਾਲਿਕਾ ਦੀ ਕਾਰਜਵਿਧੀ ਅਤੇ ਵਿਸ਼ੇਸ਼ ਅਧਿਕਾਰ। ਐਂਡ ਇਹਦੇ ਵਿੱਚ ਆਪਾਂ 3rd ਵੇਖ ਲੈਂਦੇ ਹਾਂ ਕਿ ਸੈਕੰਡ ਦੀ ਆਪਾਂ ਗੱਲ ਕਰ ਰਹੇ ਸੀਗੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿੱਥੇ ਹੈ ਜੀ? ਸੁਪਰੀਮ ਕੋਰਟ, ਜਿਹੜੀ ਕਿ ਦਿੱਲੀ ਵਿੱਚ ਵੇਖਣ ਨੂੰ ਮਿਲਦੀ ਹੈ। ਸਰਕਾਰ ਦੇ ਮੁੱਖ 3 ਅੰਗ ਹਨ। ਕਿਹੜੇ ਜੀ? ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਸੁਪਰੀਮ ਕੋਰਟ ਦੇ ਜੱਜ 65 ਸਾਲਾਂ ਅਤੇ ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤੱਕ ਪਦਵੀ ਤੇ ਰਹਿੰਦੇ ਹਨ। PIL ਤੋਂ ਭਾਵ ਕੀ ਹੈ ਜੀ? ਜਨਹਿਤ ਮੁਕੱਦਮਾ ਆਪਾਂ ਇਹਨੂੰ ਕਹਿ ਦਿੰਦੇ ਹਾਂ। ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿ ਦਿੰਦੇ ਹਾਂ ਆਪਾਂ। ਐਂਡ ਫੌਜਦਾਰੀ ਮੁਕੱਦਮਾ ਧਾਰਾ 134 ਅਧੀਨ ਦਰਜ ਹੁੰਦਾ ਹੈ। ਅੱਗੇ ਵੇਖੋ ਜੀ, ਅੱਗੇ ਆਪਾਂ ਸਹੀ ਗਲਤ ਦੀ ਗੱਲ ਕਰ ਲੈਂਦੇ ਹਾਂ। ਨਿਆਂਪਾਲਿਕਾ ਨੂੰ ਸੰਵਿਧਾਨ ਦਾ ਰੱਖਿਅਕ ਕਿਹਾ ਜਾਂਦਾ ਹੈ। ਬਿਲਕੁਲ ਠੀਕ ਹੈ ਜੀ। ਭਾਰਤ ਵਿੱਚ ਦੋਹਰੀ ਨਿਆਇਕ ਪ੍ਰਣਾਲੀ ਲਾਗੂ ਹੈ ਜੀ? ਬਿਲਕੁਲ ਨਹੀਂ। ਜ਼ਿਲ੍ਹਾ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਉੱਚ ਅਦਾਲਤਾਂ ਵਿੱਚ ਅਪੀਲ ਨਹੀਂ ਹੋ ਸਕਦੀ ਹੈ ਜੀ। ਇਹ ਗੱਲ ਇੱਥੇ ਗਲਤ ਲਿਖੀ ਹੈ। ਜੱਜਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ। ਬਿਲਕੁਲ ਗਲਤ ਹੈ ਜੀ। ਜ਼ਮੀਨ ਜਾਇਦਾਦ ਨਾਲ ਸੰਬੰਧਿਤ ਝਗੜਾ ਫੌਜਦਾਰੀ ਝਗੜਾ ਹੈ? ਬਿਲਕੁਲ ਨਹੀਂ। ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ਜੀ? ਸੋ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਧਾਰਾ 136 ਅਧੀਨ ਪ੍ਰਾਪਤ ਹੈਗੇ ਆ ਜੀ। ਆਪਸ਼ਨ ਨੰਬਰ ED ਨੂੰ ਕਰ ਲਓ ਟਿਕ। ਉੱਚ ਅਦਾਲਤਾਂ ਦੇ ਗਠਨ ਕਿੱਥੇ ਕੀਤਾ ਜਾਂਦਾ ਹੈ? ਰਾਜ ਪੱਧਰ ਤੇ। ਉੱਚ ਅਦਾਲਤਾਂ ਦਾ ਗਠਨ ਰਾਜ ਪੱਧਰ ਤੇ ਕੀਤਾ ਜਾਂਦਾ ਹੈ। ਜਨਹਿਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ? ਜਨਤਕ ਹਿੱਤਾਂ ਦੀ ਰਾਖੀ ਲਈ ਇਹਨੂੰ ਦਰਜ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਅੱਗੇ ਵੇਖੋ, ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ? ਅਦਾਲਤਾਂ ਜੋ ਕਾਨੂੰਨ ਅਨੁਸਾਰ ਨਿਆਂ ਇਨਸਾਫ ਕਰਦੀਆਂ ਹਨ ਨੂੰ ਨਿਆਂਪਾਲਿਕਾ ਕਹਿੰਦੇ ਹਨ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਇਹ ਕਿੱਥੇ ਸਥਿਤ ਹੈ? ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ, ਸਰਵਉੱਚ ਅਦਾਲਤ ਨਵੀਂ ਦਿੱਲੀ ਵਿਖੇ ਸਥਿਤ ਹੈ। ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ? ਮੁੱਖ ਮੁਕੱਦਮੇ 2 ਤਰ੍ਹਾਂ ਦੇ ਹੁੰਦੇ ਹਨ। ਸਿਵਲ ਜਾਂ ਦੀਵਾਨੀ ਮੁਕੱਦਮੇ, ਫੌਜਦਾਰੀ ਮੁਕੱਦਮੇ। ਸਿਵਲ ਮੁਕੱਦਮਾ ਕੀ ਹੈ? ਸਿਵਲ ਮੁਕੱਦਮਾ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ। ਉਹ ਮੁਕੱਦਮੇ ਜਿਨ੍ਹਾਂ ਦਾ ਸੰਬੰਧ ਨਿੱਜੀ ਜ਼ਿੰਦਗੀ ਨਾਲ ਹੁੰਦਾ ਹੈ, ਜਿਵੇਂ ਮੌਲਿਕ ਅਧਿਕਾਰ, ਵਿਆਹ, ਤਲਾਕ, ਜਾਇਦਾਦ ਅਤੇ ਜ਼ਮੀਨੀ ਝਗੜੇ ਆਦਿ। ਸਰਕਾਰੀ ਵਕੀਲ ਕੌਣ ਹੁੰਦੇ ਹਨ?
ਜਿਹੜੇ ਵਕੀਲ ਸਰਕਾਰ ਦੇ ਹੱਕ ਵਿੱਚ ਕੇਸ ਲੜਦੇ ਹਨ ਉਹਨਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ। ਜਨਹਿਤ ਮੁਕੱਦਮਾ PIL ਪਬਲਿਕ ਇੰਟਰਸਟ ਲਿਟੀਗੇਸ਼ਨ ਕੀ ਹੈ? ਆਮ ਜਨਤਾ ਦੇ ਸਾਂਝੇ ਹਿੱਤ ਲਈ ਜਦੋਂ ਕੋਈ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ ਤਾਂ ਉਹ ਜਨਹਿਤ ਮੁਕੱਦਮਾ ਹੁੰਦਾ ਹੈ। FIR ਕੀ ਹੈ ਜੀ? FIR ਫਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਸੂਚਨਾ ਰਿਪੋਰਟ ਹੈ। ਕਿਸੇ ਵੀ ਦੁਰਘਟਨਾ ਦੀ ਸੂਚਨਾ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਣੀ ਹੁੰਦੀ ਹੈ। ਨਿਆਂਪਾਲਿਕਾ ਦੀ ਅਹਿਮੀਅਤ ਤੇ ਸੰਬੰਧਿਤ ਨੋਟ ਲਿਖੋ ਜੀ। ਲੋਕਤੰਤਰ ਵਿੱਚ ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਅਤੇ ਲੋਕਤੰਤਰ ਦੀ ਪਹਿਰੇਦਾਰ ਮੰਨਿਆ ਜਾਂਦਾ ਹੈ। ਇਹ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰ ਅਤੇ ਸੁਤੰਤਰਤਾਵਾਂ ਦੀ ਰੱਖਿਆ ਕਰਦੀ ਹੈ। ਸਰਵ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਆਪਣੇ ਤੋਂ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਅਪੀਲਾਂ ਸੁਣ ਸਕਦੀਆਂ ਹਨ। ਜੇਕਰ ਨਿਆਂਪਾਲਿਕਾ ਮਹਿਸੂਸ ਕਰੇ ਕਿ ਸੰਸਦ ਜਾਂ ਵਿਧਾਨ ਸਭਾ ਦੁਆਰਾ ਪਾਸ ਕੀਤਾ ਕੋਈ ਵੀ ਕਾਨੂੰਨ ਸੰਵਿਧਾਨ ਦੇ ਵਿਰੁੱਧ ਹੈ ਤਾਂ ਨਿਆਂਪਾਲਿਕਾ ਅਜਿਹੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ। ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਨੋਟ ਲਿਖੋ ਜੀ। ਸਰਵ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਆਪਣੇ ਤੋਂ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਅਪੀਲਾਂ ਸੁਣ ਸਕਦੀਆਂ ਹਨ। ਜੇਕਰ ਨਿਆਂਪਾਲਿਕਾ ਮਹਿਸੂਸ ਕਰੇ ਤਾਂ ਸੰਸਦ ਜਾਂ ਵਿਧਾਨ ਸਭਾਵਾਂ ਦੁਆਰਾ ਪਾਸ ਕੀਤਾ ਕੋਈ ਵੀ ਕਾਨੂੰਨ ਸੰਵਿਧਾਨ ਦੇ ਵਿਰੁੱਧ ਹੈ ਤਾਂ ਨਿਆਂਪਾਲਿਕਾ ਅਜਿਹੇ ਕਾਨੂੰਨ ਨੂੰ ਰੱਦ ਵੀ ਕਰ ਸਕਦੀਆਂ ਨੇ। ਭਾਰਤੀ ਨਿਆਇਕ ਪ੍ਰਣਾਲੀ ਬਾਰੇ ਲਿਖੋ। ਭਾਰਤ ਵਿੱਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਹਾਂ, ਇਹ ਨਵੀਂ ਦਿੱਲੀ ਵਿਖੇ ਸਥਿਤ ਹੈ। ਰਾਜਾਂ ਦੀਆਂ ਆਪਣੀਆਂ ਉੱਚ ਅਦਾਲਤਾਂ ਹਨ ਜਿਨ੍ਹਾਂ ਨੂੰ ਹਾਈ ਕੋਰਟ ਕਿਹਾ ਜਾਂਦਾ ਹੈ। ਜ਼ਿਲ੍ਹਾ ਪੱਧਰ ਤੇ ਸੈਸ਼ਨ ਜੱਜ ਦੀਆਂ ਅਦਾਲਤਾਂ ਅਤੇ ਤਹਿਸੀਲ ਪੱਧਰ ਦੇ ਤੇ ਉਪ ਮੰਡਲ ਮੈਜਿਸਟ੍ਰੇਟ ਦੀਆਂ ਅਦਾਲਤਾਂ ਸਥਿਤ ਹਨ। ਸਥਾਨਕ ਪੱਧਰ ਤੇ ਲੋਕਾਂ ਨੂੰ ਇਨਸਾਫ ਦੇਣ ਲਈ ਪੰਚਾਇਤ ਅਤੇ ਨਗਰਪਾਲਿਕਾ ਦਾ ਗਠਨ ਕੀਤਾ ਗਿਆ ਹੈ। ਫੌਜਦਾਰੀ ਮਾਮਲੇ ਵੀ ਮੁਕੱਦਮੇ ਕਿਹੜੇ ਹੁੰਦੇ ਹਨ? ਸਿਵਲ ਅਤੇ ਫੌਜਦਾਰੀ ਮਾਮਲਿਆਂ ਵਿੱਚ ਅੰਤਰ ਲਿਖੋ। ਫੌਜਦਾਰੀ ਮੁਕੱਦਮੇ ਉਹ ਮੁਕੱਦਮੇ ਹਨ ਜਿਨ੍ਹਾਂ ਵਿੱਚ ਮਾਰ-ਧਾੜ, ਲੜਾਈ ਝਗੜੇ, ਗਾਲੀ ਗਲੌਚ ਹੁੰਦਾ ਹੈ। ਜਦੋਂ ਕਿਸੇ ਦਾ ਸੱਟ ਫੇਟ ਨਾਲ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਅਜਿਹੇ ਮੁਕੱਦਮੇ ਫੌਜਦਾਰੀ ਮੁਕੱਦਮੇ ਅਖਵਾਉਂਦੇ ਹਨ। ਸਿਵਲ ਮੁਕੱਦਮੇ ਕਿਹੜੇ ਹੁੰਦੇ ਨੇ ਜੀ? ਸਿਵਲ ਮੁਕੱਦਮੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ। ਇਹਨਾਂ ਮੁਕੱਦਮਿਆਂ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਜ਼ਮੀਨੀ ਝਗੜੇ ਆਦਿ ਹੁੰਦੇ ਹਨ। ਇਹਨਾਂ ਵਿੱਚ ਦੀਵਾਨੀ ਮੁਕੱਦਮੇ ਵੀ ਆਉਂਦੇ ਹਨ। FIR ਕਿੱਥੇ ਦਰਜ ਹੋ ਸਕਦੀ ਹੈ? FIR ਦਰਜ ਨਾ ਹੋਣ ਦੀ ਅਦਾਲਤ ਦੀ ਭੂਮਿਕਾ ਲਿਖੋ। ਜੇਕਰ FIR ਦਰਜ ਨਾ ਹੋਵੇ ਤਾਂ ਅਦਾਲਤ ਕੀ ਕਰ ਸਕਦੀ ਹੈ? FIR ਦਾ ਭਾਵ ਫਸਟ ਇਨਫੋਰਮੇਸ਼ਨ ਰਿਪੋਰਟ ਅਰਥਾਤ ਪਹਿਲੀ ਸੂਚਨਾ ਰਿਪੋਰਟ ਹੈ। ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਘਟਣ ਤੇ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਣੀ ਚਾਹੀਦੀ ਹੈ। ਕਿਸੇ ਘਟਨਾ ਦੀ FIR ਦਰਜ ਕਰਨ ਤੇ ਕੋਈ ਪੁਲਿਸ ਕੇਂਦਰ ਇਨਕਾਰ ਨਹੀਂ ਕਰ ਸਕਦਾ, ਪਰੰਤੂ ਫਿਰ ਵੀ ਜੇਕਰ ਕੋਈ ਪੁਲਿਸ ਕੇਂਦਰ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਅਦਾਲਤ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ। ਅਦਾਲਤ ਪੁਲਿਸ ਨੂੰ FIR ਦਰਜ ਕਰਨ ਸੰਬੰਧੀ ਹੁਕਮ ਦੇ ਸਕਦੀ ਹੈ। ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ? ਨਿਆਇਕ ਪੁਨਰ ਨਿਰੀਖਣ ਨਿਆਂਪਾਲਿਕਾ ਦੀ ਵਿਸ਼ੇਸ਼ ਸ਼ਕਤੀ ਹੈ। ਇਸ ਅਨੁਸਾਰ ਨਿਆਂਪਾਲਿਕਾ ਦੇਖਦੀ ਹੈ ਕਿ ਕਾਰਜਪਾਲਿਕਾ ਦੁਆਰਾ ਜਾਰੀ ਕੀਤਾ ਗਿਆ ਕੋਈ ਆਦੇਸ਼ ਜਾਂ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ। ਜੇਕਰ ਨਿਆਂਪਾਲਿਕਾ ਅਜਿਹਾ ਮਹਿਸੂਸ ਕਰਦੀ ਹੈ ਤਾਂ ਅਜਿਹੇ ਕਾਨੂੰਨ ਨੂੰ ਰੱਦ ਕੀਤਾ ਜਾ ਸਕਦਾ ਹੈ। ਤੇ ਆਪਾਂ ਚੱਲਦੇ ਹਾਂ ਜੀ ਇਸ ਦੇ ਨਾਲ ਹੀ ਅਗਲੇ ਪਾਰਟ ਦੇ ਉੱਤੇ। ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ। ਖਾਲੀ ਸਥਾਨ ਭਰੋ। ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ਪ੍ਰਸਤਾਵਨਾ ਵਿੱਚ ਕੀਤਾ ਗਿਆ ਹੈ। ਅੱਗੇ ਵੇਖੋ, ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਤੱਕ ਸੁਤੰਤਰਤਾ ਦਿੱਤੀ ਗਈ ਹੈ। ਭਾਰਤ ਵਿੱਚ ਲਗਭਗ 3000 ਤੋਂ ਵੱਧ ਜਾਤੀਆਂ ਹੈਗੀਆਂ ਨੇ। 1984 ਵਿੱਚ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਭਾਰਤੀ ਸੰਵਿਧਾਨ ਦੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਮੰਡਲ ਕਮਿਸ਼ਨ ਦੀ ਸਥਾਪਨਾ 1979 ਵਿੱਚ ਕੀਤੀ ਗਈ ਸੀਗੀ। ਮੰਡਲ ਕਮਿਸ਼ਨ ਨੇ ਭਾਰਤ 'ਚ 3743 ਅਨੁਸੂਚਿਤ ਜਾਤੀਆਂ ਜਨਜਾਤੀਆਂ ਦੀ ਪਛਾਣ ਕੀਤੀ ਹੈ। ਅੱਗੇ ਵੇਖੋ, ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਨੇ। ਇਹ ਗੱਲ ਇੱਥੇ ਗਲਤ ਲਿਖੀ ਹੈ। ਭਾਰਤ ਵਿੱਚ ਅੱਜ 54% ਲੋਕ ਅਨਪੜ੍ਹ ਨੇ। ਇਹ ਗੱਲ ਬਿਲਕੁਲ ਗਲਤ ਲਿਖੀ ਹੋਈ ਹੈ ਜੀ। ਅੱਜ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਲਗਭਗ 75% ਤੋਂ ਵੱਧ ਜਿਹੜੇ ਲੋਕ ਨੇ ਜੀ ਉਹ ਪੜ੍ਹੇ ਲਿਖੇ ਹੈਗੇ ਨੇ। ਸੋ 54% ਇੱਕ ਗਲਤ ਆંકੜਾ ਹੈਗਾ ਜੀ। ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈਗੀ ਹੈ ਜੀ। ਹਾਲਾਂਕਿ ਇਹਨਾਂ ਨੇ ਇੱਥੇ ਟਿਕ ਤਾਂ ਲਗਾਈ ਹੋਈ ਹੈ, ਬਟ ਇਹ ਜਿਹੜੀ ਭਾਸ਼ਾ ਹੈਗੀ ਹੈ ਹਿੰਦੀ ਭਾਸ਼ਾ, ਇਹ ਰਾਸ਼ਟਰੀ ਭਾਸ਼ਾ ਹੈ ਨਹੀਂ। ਇਹਨੂੰ ਆਪਾਂ ਰਾਜ ਭਾਸ਼ਾ ਕਹਿ ਦਿੰਦੇ ਹਾਂ। ਚਲੋ ਸੰਵਿਧਾਨ ਵਿੱਚ ਵੀ ਹਿੰਦੀ ਭਾਸ਼ਾ ਨੂੰ ਮਤਲਬ ਐਜ਼ ਅ ਆਫੀਸ਼ੀਅਲ ਲੈਂਗੁਏਜ ਆਫ ਯੂਨੀਅਨ ਮੰਨਿਆ ਜਾਂਦਾ ਹੈ, ਬਟ ਇੱਕ ਰਾਸ਼ਟਰੀ ਭਾਸ਼ਾ ਨਹੀਂ ਹੈਗੀ। ਆਪਣੇ ਭਾਰਤ ਦੀ ਕੋਈ ਵੀ ਭਾਸ਼ਾ ਰਾਸ਼ਟਰੀ ਭਾਸ਼ਾ ਨਹੀਂ ਹੈਗੀ ਆ, ਇੱਕ ਰਾਜ ਭਾਸ਼ਾ ਹੈਗੀ ਆ। ਸੋ ਹਿੰਦੀ ਇੱਥੇ ਗਲਤ ਆ ਜਾਊਗਾ ਜੀ।
ठीक है जी। सो अगे वेखते हैं, अनुसूचित जातियां ਅਤੇ जनजातियां ਲਈ ਰਾਖਵਾਕਰਨ ਅੱਜ ਵੀ ਲਾਗੂ ਹੈ। ਬਿਲਕੁਲ ਠੀਕ ਹੈ ਜੀ। ਅੱਗੇ ਵੇਖੋ 73ਵੀਂ ਅਤੇ 74ਵੀਂ ਸ਼ੋਧ ਪਿੰਡੂ ਅਤੇ ਸ਼ਹਿਰੀ ਸਥਾਨਕ ਸਵੈ ਸ਼ਾਸਨ ਦਾ ਪ੍ਰਬੰਧ ਕਰਦੀ ਹੈ। ਬਿਲਕੁਲ ਠੀਕ ਹੈ ਜੀ। ਅੱਜ ਭਾਰਤੀ ਸਮਾਜ 'ਚੋਂ ਸਮਾਜਿਕ ਅਸਮਾਨਤਾਵਾਂ ਖਤਮ ਹੋ ਗਈਆਂ ਨੇ। ਬਿਲਕੁਲ ਨਹੀਂ, ਅੱਜ ਵੀ ਕਾਫੀ ਜ਼ਿਆਦਾ ਅਸਮਾਨਤਾਵਾਂ ਵੇਖਣ ਨੂੰ ਮਿਲਦੀਆਂ ਨੇ। ਬਹੁਵਿਕਲਪੀ ਪ੍ਰਸ਼ਨ ਵੇਖ ਲਓ ਜੀ। ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ। ਇਹ ਸ਼ਬਦ ਕਿਸ ਨੇ ਕਹੇ ਸੀਗੇ? ਇਹ ਕਹੇ ਸੀਗੇ ਜੀ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਨੇ। ਭਾਰਤ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ 'ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ? ਉਹ ਹੈਗਾ ਜੀ ਸਮਾਨਤਾ ਦਾ ਅਧਿਕਾਰ। ਪੜ੍ਹੋ ਸਾਰੇ ਵਧੋ ਸਾਰੇ ਕਿਸ ਦੇ ਮੋਟੋ ਮਤਲਬ ਲੋਗੋ ਹੈਗਾ ਜੀ? ਮਾਟੂ ਗੱਲ ਕਰਦੇ ਹਾਂ ਸਰਵ ਸਿੱਖਿਆ ਅਭਿਆਨ ਦਾ ਕਿ ਪੜ੍ਹੋ ਸਾਰੇ ਵਧੋ ਸਾਰੇ। ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਕਿਹਨਾਂ ਲਈ ਲਾਗੂ ਹੈ? ਇਹਦੇ ਵਿੱਚ ਗੱਲ ਕੀਤੀ ਗਈ ਹੈ ਅਨੁਸੂਚਿਤ ਜਾਤੀਆਂ ਲਈ, ਜਨਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਹਜੇ ਵੀ ਕੀ ਹੈਗਾ ਜੀ? ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਲਾਗੂ ਹੈ। ਅੱਗੇ ਵੇਖ ਲੈਂਦੇ ਹਾਂ ਜੀ ਸਮਾਜਿਕ ਅਸਮਾਨਤਾਵਾਂ ਤੋਂ ਤੁਸੀਂ ਕੀ ਸਮਝਦੇ ਹੋ? ਸਮਾਜਿਕ ਅਸਮਾਨਤਾਵਾਂ ਤੋਂ ਭਾਵ ਹੈਗਾ ਕਿ ਸਮਾਜ ਦੇ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਆਦਿ ਦੇ ਆਧਾਰ 'ਤੇ ਵੱਖ-ਵੱਖ ਵਰਗਾਂ ਵਿੱਚ ਵੰਡੇ ਹੋਣਾ। ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈਗਾ ਜੀ? ਜਾਤੀਵਾਦ ਤੋਂ ਭਾਵ ਹੈ ਕਿ ਜਾਤੀ ਦੇ ਆਧਾਰ 'ਤੇ ਕਿਸੇ ਨਾਲ ਭੇਦਭਾਵ ਕਰਨਾ। ਛੂਤ-ਛਾਤ ਤੋਂ ਭਾਵ ਹੈਗਾ ਅਜਿਹੀ ਪ੍ਰਥਾ ਜਿਸ ਅਨੁਸਾਰ ਨੀਵੀਂ ਜਾਤੀ ਦੇ ਮਨੁੱਖਾਂ ਨੂੰ ਛੋਹਣਾ ਪਾਪ ਸਮਝਿਆ ਜਾਂਦਾ ਹੈ। ਅਨਪੜ੍ਹਤਾ ਕਿਸ ਨੂੰ ਕਹਿੰਦੇ ਹਨ? ਉਹ ਵਿਅਕਤੀ ਜੋ ਪੜ੍ਹ ਲਿਖ ਨਹੀਂ ਸਕਦਾ। ਜਿਹੜਾ ਪੜ੍ਹ ਲਿਖ ਨਹੀਂ ਸਕਦਾ ਉਹਨੂੰ ਆਪਾਂ ਅਨਪੜ੍ਹ ਕਹਿੰਦੇ ਹਾਂ, ਇਲਿਟਰੇਟ ਕਹਿੰਦੇ ਹਾਂ। ਭਾਸ਼ਾਵਾਦ ਤੋਂ ਕੀ ਭਾਵ ਹੈ ਜੀ? ਭਾਸ਼ਾਵਾਦ ਤੋਂ ਭਾਵ ਹੈ ਆਪਣੀ ਭਾਸ਼ਾ ਨੂੰ ਵਧੀਆ ਅਤੇ ਦੂਸਰੇ ਵਿਅਕਤੀ ਦੀ ਭਾਸ਼ਾ ਨੂੰ ਬੁਰਾ ਸਮਝਣਾ ਅਤੇ ਭੇਦਭਾਵ ਕਰਨਾ। ਰਾਖਵੇਂਕਰਨ ਦਾ ਕੀ ਅਰਥ ਹੈ ਜੀ? ਰਾਖਵੇਂਕਰਨ ਦਾ ਅਰਥ ਹੈ ਅਨੁਸੂਚਿਤ ਜਾਤੀਆਂ, ਜਨਜਾਤੀਆਂ, ਪਛੜੀਆਂ ਸ਼੍ਰੇਣੀਆਂ ਲਈ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕਰਨੀ। ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ? ਕਾਨੂੰਨ ਦੇ ਅਨੁਸਾਰ ਸਿਰ 'ਤੇ ਮੈਲਾ ਢੋਣ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਵਿਰੁੱਧ ਸਜ਼ਾ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ। ਅਨਪੜ੍ਹਤਾ ਦਾ ਲੋਕਤੰਤਰ 'ਤੇ ਕੀ ਪ੍ਰਭਾਵ ਪੈਂਦਾ ਹੈ? ਅਨਪੜ੍ਹ ਵਿਅਕਤੀ ਧਰਮ ਅਤੇ ਜਾਤੀ ਆਦਿ ਦੇ ਆਧਾਰ 'ਤੇ ਜਲਦੀ ਗੁੰਮਰਾਹ ਹੋ ਜਾਂਦਾ ਹੈ। ਅਨਪੜ੍ਹ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਉਚਿਤ ਵਰਤੋਂ ਨਹੀਂ ਕਰ ਸਕਦਾ। ਅੱਗੇ ਵੇਖੋ ਜੀ ਸੰਪਰਦਾਇਕਤਾਵਾਦ, ਸੰਪਰਦਾਇਕ ਅਸਮਾਨਤਾ ਦੇ ਪ੍ਰਭਾਵ ਦਾ ਵਰਣਨ ਕਰੋ। ਧਰਮ ਦੇ ਆਧਾਰ 'ਤੇ ਰਾਜਨੀਤਿਕ ਦਲਾਂ ਦਾ ਗਠਨ ਕੀਤਾ ਜਾ ਰਿਹਾ ਹੈ। ਧਰਮ ਦੇ ਆਧਾਰ ਉੱਤੇ ਹੋਂਦ ਵਿੱਚ ਆਏ ਕਈ ਦਬਾਅ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰ ਰਹੇ ਹਨ। ਜਨ ਜੀਵਨ ਵਿੱਚ ਹਿੰਸਾ ਤੇ ਵਾਧੇ ਲਈ ਸੰਪਰਦਾਇਕਤਾ ਦਾ ਪ੍ਰਭਾਵ ਹੈ। ਸੰਪਰਦਾਇਕ ਲੋਕਾਂ ਦੇ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਸੰਪਰਦਾਇਕਤਾ ਲੋਕਾਂ ਦੇ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਅੱਗੇ ਵੇਖੋ ਜੀ ਸਰਵ ਸਿੱਖਿਆ ਅਭਿਆਨ 'ਤੇ ਇੱਕ ਨੋਟ ਲਿਖੋ। ਭਾਰਤ ਸਰਕਾਰ ਨੇ ਦੇਸ਼ ਵਿੱਚ ਅਨਪੜ੍ਹਤਾ ਨੂੰ ਰੋਕਣ ਅਤੇ ਸਾਖਰਤਾ ਨੂੰ ਵਧਾਉਣ ਲਈ 2001 ਵਿੱਚ ਸਰਵ ਸਿੱਖਿਆ ਅਭਿਆਨ ਸ਼ੁਰੂ ਕੀਤਾ ਸੀਗਾ। ਇਸ ਅਭਿਆਨ ਤਹਿਤ 8ਵੀਂ ਜਮਾਤ ਤੱਕ 6ਵੀਂ ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਜ਼ਰੂਰੀ ਕੀਤੀ ਗਈ ਹੈ। ਸਿੱਖਿਆ ਸੰਸਥਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅੱਗੇ ਵੇਖੋ ਜੀ ਸੀਮਾਂਤ ਗਰੁੱਪਾਂ। ਸੀਮਾਂਤ ਗਰੁੱਪ ਕਿਹਨਾਂ ਨੂੰ ਕਿਹਾ ਜਾਂਦਾ ਹੈ? ਇਸ ਦੀਆਂ ਕਿਸਮਾਂ ਲਿਖੋ। ਸੀਮਾਂਤ ਗਰੁੱਪ ਸਾਡੇ ਸਮਾਜ ਦੇ ਅਜਿਹੇ ਸਮੂਹ ਹਨ ਜਿਹੜੇ ਸਮਾਜਿਕ ਅਤੇ ਆਰਥਿਕ ਕਾਰਨਾਂ ਕਰਕੇ ਲੰਮੇ ਸਮੇਂ ਤੋਂ ਅਣਗੌਲੇ ਜਾਂਦੇ ਹਨ। ਸੀਮਾਂਤ ਗਰੁੱਪਾਂ ਦੀਆਂ ਮੁੱਖ ਕਿਸਮਾਂ ਹਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ। ਜਾਤੀਵਾਦੀ ਭਾਰਤੀ ਲੋਕਤੰਤਰ 'ਤੇ ਪ੍ਰਭਾਵ ਲਿਖੋ। ਜਾਤੀ ਦੇ ਆਧਾਰ 'ਤੇ ਰਾਜਨੀਤਿਕ ਪਾਰਟੀਆਂ ਦਾ ਗਠਨ ਹੋ ਰਿਹਾ ਹੈ। ਚੋਣਾਂ ਸਮੇਂ ਜਾਤੀ ਦੇ ਨਾਂ ਉੱਤੇ ਵੋਟਾਂ ਮੰਗੀਆਂ ਜਾਂਦੀਆਂ ਹਨ। ਜਾਤੀ ਦੇ ਆਧਾਰ 'ਤੇ ਸੰਘਰਸ਼ ਅਤੇ ਹਿੰਸਾ ਹੁੰਦੀ ਹੈ। ਰਾਖਵਾਂਕਰਨ ਕੀ ਹੈ ਜੀ? ਤੇ ਰਾਖਵੇਂਕਰਨ ਦੀ ਲੋੜ ਕਿਉਂ ਹੈ? ਰਾਖਵੇਂਕਰਨ ਤੋਂ ਭਾਵ ਹੈਗਾ ਜੀ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਲਈ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕਰਨੀ। ਗਰੀਬ ਵਿਅਕਤੀਆਂ ਨੂੰ ਸਮਾਜ ਵਿੱਚ ਉੱਪਰ ਉਠਾਉਣ ਲਈ ਰਾਖਵੇਂਕਰਨ ਦੀ ਲੋੜ ਜਿਹੜੀ ਹੈਗੀ ਹੈ ਜੀ ਉਹ ਪੈਂਦੀ ਹੈ। ਸੋ ਇਹ ਕੁਝ ਗੱਲਾਂ ਸੀਗੀਆਂ ਜੀ ਜਿਹੜੀਆਂ ਕਿ ਆਪਾਂ ਡਿਸਕਸ ਕਰ ਚੁੱਕੇ ਹਾਂ। ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਊਗਾ। ਸੈਸ਼ਨ ਪਸੰਦ ਆਇਆ ਹੋਵੇ ਤਾਂ ਲਾਈਕ ਦਾ ਬਟਨ ਪ੍ਰੈਸ ਕਰਿਓ ਤੇ ਕਮੈਂਟ ਕਰਕੇ ਆਪਦਾ ਫੀਡਬੈਕ ਜ਼ਰੂਰ ਦਿਓ ਕਿ ਕਲਾਸ ਤੁਹਾਨੂੰ ਕਿਹੋ ਜਿਹੀ ਲੱਗੀ। ਚੈਨਲ 'ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਐਂਡ ਇੱਕ ਮੈਂ ਅਪੀਲ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਵਿੱਚ ਕੀਤੀ ਸੀਗੀ ਤੇ ਹੁਣ ਵੀ ਕਰ ਰਿਹਾ, ਐਟਲੀਸਟ ਤੁਸੀਂ ਆਪਦੇ 2 ਜਾਂ 3 ਫਰੈਂਡਸ ਤੋਂ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਇਓ। ਸੋ ਇੰਨੀ ਕੁ ਅਪੀਲ ਸੀਗੀ ਜੀ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।